ਦ ਬੈਨੀਪਾਲ ਸ਼ੋਅ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਤੁਹਾਡਾ ਸਭਨਾਂ ਦਾ ਪ੍ਰੋਗਰਾਮ ਵਿੱਚ ਨਿੱਘਾ ਸਵਾਗਤ। ਦੋਸਤੋ, ਇਸ ਤੋਂ ਪਹਿਲਾਂ ਕਿ ਤੁਹਾਨੂੰ ਦਿੱਲੀ ਲੈ ਚੱਲੀਏ, ਜਿੱਥੇ ਸੁੱਖ ਸੋਹਲ ਇਸ ਵਕਤ ਆਪਣਾ ਇੰਤਜ਼ਾਰ ਕਰ ਰਹੇ ਨੇ, ਉਸ ਤੋਂ ਪਹਿਲਾਂ ਤੁਹਾਡੇ ਨਾਲ ਇਹ ਜਾਣਕਾਰੀ ਸਾਂਝੀ ਕਰਨੀ ਬੜੀ ਅਹਿਮ ਹੈ, ਕਿਉਂਕਿ ਕੱਲ੍ਹ ਤੁਹਾਡੇ ਨਾਲ ਇਹ ਖਬਰ ਸਾਂਝੀ ਕੀਤੀ ਸੀ ਕਿ 5 ਦਸੰਬਰ ਦਾ ਦੁਪਹਿਰ 2 ਵਜੇ ਦਾ ਸਮਾਂ ਨਿਰਧਾਰਿਤ ਕੀਤਾ ਹੋਇਆ, ਜਦੋਂ ਕਿਸਾਨ ਆਗੂਆਂ ਨੇ ਕੇਂਦਰੀ ਮੰਤਰੀਆਂ ਦੇ ਨਾਲ ਗੱਲਬਾਤ ਕਰਨੀ ਹੈ ਅਤੇ ਗੱਲਬਾਤ 5ਵੇਂ ਗੇੜ ਦੀ ਸੀ। ਕਿਸਾਨ ਆਗੂਆਂ ਨੇ ਆਖ ਦਿੱਤਾ ਸੀ ਕਿ ਅਸੀਂ ਜਾ ਕੇ ਪੁੱਛਾਂਗੇ ਕਿ ਤੁਸੀਂ ਕਾਨੂੰਨ ਰੱਦ ਕਰਨੇ ਨੇ ਜਾਂ ਸਿਰਫ ਹਾਲੇ ਵੀ ਸੋਧਾਂ 'ਤੇ ਹੀ ਟਿਕੇ ਹੋਏ ਹੋ। ਇਹ ਗੱਲ ਮਤਾ ਪਕਾ ਕੇ ਮੀਟਿੰਗ ਕਰਕੇ ਪ੍ਰੈਸ ਕਾਨਫਰੰਸ ਕਰਨ ਤੋਂ ਬਾਅਦ ਕਿਸਾਨ ਆਗੂ ਵਿਗਿਆਨ ਭਵਨ ਪੁੱਜੇ ਸਨ। ਕਈ ਘੰਟਿਆਂ ਦੀ ਮੀਟਿੰਗ ਚੱਲੀ ਹੈ। ਭੋਜਨ ਅੱਜ ਦੀ ਮੀਟਿੰਗ ਵਿੱਚ ਵੀ ਕਿਸਾਨ ਆਗੂ ਆਪਣਾ ਨਾਲ ਲੈ ਕੇ ਗਏ ਸੀ। ਪਰ ਇਹ ਖਬਰ ਮਿਲ ਰਹੀ ਹੈ ਕਿ ਕੇਂਦਰੀ ਮੰਤਰੀਆਂ ਦੇ ਵਿੱਚ ਪੀਯੂਸ਼ ਗੋਇਲ, ਸੋਮਨਾਥ ਅਤੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਤਿੰਨੋਂ ਹੀ ਕੇਂਦਰੀ ਮੰਤਰੀ ਸ਼ਾਮਲ ਸਨ। ਪਰ ਇਸ ਮੀਟਿੰਗ ਤੋਂ ਪਹਿਲਾਂ, ਜਿਸ ਦੇ ਵਿੱਚ 40 ਕਿਸਾਨ ਆਗੂਆਂ ਨੇ ਸ਼ਿਰਕਤ ਕੀਤੀ ਹੈ, ਉਹਦੇ ਤੋਂ ਪਹਿਲਾਂ ਖਬਰ ਮਿਲ ਰਹੀ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਉਹਨਾਂ ਦੇ ਹੋਰ ਆਲਾ ਦਰਜੇ ਦੇ ਜਿਹੜੇ ਕੈਬਨਿਟ ਮੰਤਰੀ ਨੇ, ਉਹਨਾਂ ਦੀ ਆਪਸ ਦੇ ਵਿੱਚ ਇੱਕ ਉੱਚ ਪੱਧਰੀ ਪਹਿਲਾਂ ਇੱਕ ਮੀਟਿੰਗ ਹੋਈ। ਮੀਟਿੰਗ ਤੋਂ ਬਾਅਦ ਫਿਰ ਉਹ ਵਿਗਿਆਨ ਭਵਨ ਦੇ ਵਿੱਚ ਕਿਸਾਨ ਆਗੂਆਂ ਦੇ ਨਾਲ ਮੁਲਾਕਾਤ ਕਰਨ ਵਾਸਤੇ ਆਉਂਦੇ ਹੈ। ਹੁਣ ਇਸ ਮੀਟਿੰਗ ਵਿੱਚੋਂ ਕੀ ਨਿਕਲਿਆ? ਪਹਿਲੀ ਗੱਲ ਤਾਂ ਇਹ ਕਿ 8 ਦਸੰਬਰ ਨੂੰ ਕਿਸਾਨ ਆਗੂਆਂ ਨੇ ਪਹਿਲਾਂ ਹੀ ਭਾਰਤ ਬੰਦ ਦਾ ਸੱਦਾ ਦਿੱਤਾ ਹੋਇਆ ਸੀ। ਹੁਣ ਨਿਸ਼ਚਿਤ 8 ਦਸੰਬਰ ਨੂੰ ਭਾਰਤ ਬੰਦ ਹੋਣਾ ਹੈ, ਇਸ ਗੱਲ ਵਾਸਤੇ ਤੁਸੀਂ ਤਿਆਰ ਰਹਿਣਾ। ਦੂਸਰੀ ਗੱਲ, ਕਿਸਾਨ ਆਗੂ ਮੀਟਿੰਗ ਤੋਂ ਹੁਣ ਕੁਝ ਸਮਾਂ ਪਹਿਲਾਂ ਹੀ ਬਾਹਰ ਨਿਕਲੇ ਨੇ। ਕਿਸਾਨ ਆਗੂ ਬਾਹਰ ਆ ਕੇ ਗਰਮ ਕਾਫੀ ਹੈ, ਤੱਤੇ ਕਾਫੀ ਹੈ, ਔਖੇ ਕਾਫੀ ਹੈ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਸ਼ਾਇਦ ਅੱਜ ਦੀ ਮੀਟਿੰਗ ਦੇ ਵਿੱਚ ਕੋਈ ਨਤੀਜਾ ਨਿਕਲੇਗਾ। ਪਰ ਪਹਿਲੀਆਂ ਮੀਟਿੰਗਾਂ ਦੇ ਵਾਂਗ ਅੱਜ ਦੀ ਮੀਟਿੰਗ ਵੀ ਬੇਨਤੀਜਾ ਰਹੀ ਹੈ, ਬੇਸਿੱਟਾ ਰਹੀ ਹੈ, ਕਿਉਂਕਿ ਜਿਹੜੇ ਮੋਰਚੇ 'ਤੇ ਬੈਠੇ ਇਸ ਵਕਤ ਕਿਸਾਨ ਨੇ, ਜਿਸ ਦੇ ਵਿੱਚ ਔਰਤਾਂ ਵੀ ਨੇ, ਬਜ਼ੁਰਗ ਵੀ ਨੇ, ਨੌਜਵਾਨ ਵੀ ਨੇ, ਬੱਚੇ ਵੀ ਨੇ। ਉੱਤੋਂ ਦੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਇਹ ਕਿਹਾ ਕਿ ਮੈਂ ਅਪੀਲ ਕਰਦਾ ਅੰਦੋਲਨ ਵਾਪਸ ਲਓ। ਜੇ ਹਾਲ ਦੀ ਘੜੀ ਅੰਦੋਲਨ ਵਾਪਸ ਵੀ ਨਹੀਂ ਲਿਆ ਜਾਂਦਾ, ਉਹ ਕਹਿੰਦੇ ਜਿੰਨੀਆਂ ਔਰਤਾਂ ਨੇ, ਮੁਟਿਆਰਾਂ ਨੇ, ਉਹਨਾਂ ਨੂੰ ਅਪੀਲ ਹੈ ਕਿ ਉਹ ਆਪੋ ਆਪਣੇ ਘਰਾਂ ਨੂੰ ਪਰਤ ਜਾਣ। ਪਰ ਹੁਣ ਇਹ ਫੈਸਲਾ ਨਾ ਤਾਂ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੂੰ ਪੁੱਛ ਕੇ ਉਹਨਾਂ ਨੇ ਲਿਆ ਕਿ ਅਸੀਂ ਅੰਦੋਲਨ 'ਤੇ ਜਾਣਾ ਜਾਂ ਨਹੀਂ। ਤੁਸੀਂ ਵੇਖਿਆ ਹੋਣਾ ਕਿ 80 85 ਵਰ੍ਹੇ ਦੀਆਂ ਬਜ਼ੁਰਗ ਔਰਤਾਂ ਵੀ ਇਸ ਵਕਤ ਸਿੰਘੂ ਬਾਰਡਰ 'ਤੇ ਬੈਠੀਆਂ ਨੇ। ਉਹ ਕਹਿੰਦੀਆਂ ਅਸੀਂ ਆਪਣਾ ਭਵਿੱਖ ਬਚਾਉਣ ਆਏ ਹਾਂ। ਅੱਜ ਦੇ ਸਾਡੇ ਜਿਹੜੇ ਬੱਚੇ ਨੇ ਉਹਨਾਂ ਨੂੰ ਨਾਲ ਲੈ ਕੇ ਆਏ ਹਾਂ ਤਾਂ ਕਿ ਸਾਡੇ ਬੱਚਿਆਂ ਨੂੰ, ਉਹਨਾਂ ਦੇ ਭਵਿੱਖ ਨੂੰ ਸਰਕਾਰਾਂ ਕਤਲ ਨਾ ਕਰ ਦੇਣ। ਕੁਝ ਆਗੂਆਂ ਦੇ ਨਾਲ ਗੱਲਬਾਤ ਕਰਵਾਵਾਂਗੇ ਅਤੇ ਇਸ ਵਕਤ ਵਿਗਿਆਨ ਭਵਨ ਤੋਂ ਬੱਸ ਦੇ ਰਾਹੀਂ ਬੈਠ ਕੇ ਕਿਸਾਨ ਆਗੂ ਮੀਟਿੰਗ ਕਰਕੇ ਜਦੋਂ ਵਾਪਸ ਪਰਤ ਰਹੇ ਨੇ, ਸਾਡੀ ਕੋਸ਼ਿਸ਼ ਹੋਏਗੀ ਕਿ ਉਹਨਾਂ ਦੀ ਗੱਲਬਾਤ ਵੀ ਤੁਹਾਡੇ ਨਾਲ ਕਰਵਾਈ ਜਾਏ। ਪਰ ਅੱਜ ਦੀ ਮੀਟਿੰਗ ਦੇ ਵਿੱਚ ਇੰਨੀ ਗੱਲ ਹੋਈ ਹੈ ਕਿ ਪਿਛਲੀ ਮੀਟਿੰਗ ਵਾਂਗ, ਜਿਵੇਂ ਚੌਥੀ ਮੀਟਿੰਗ ਦੇ ਵਿੱਚ ਵੀ ਖੇਤੀਬਾੜੀ ਮੰਤਰੀ ਨੇ ਆਖਿਆ ਸੀ ਕਿ ਕੁਝ ਇੱਕ ਸੋਧਾਂ ਕਰ ਸਕਦੇ ਹਾਂ, ਪਰ ਕਾਨੂੰਨ ਰੱਦ ਨਹੀਂ ਕੀਤੇ ਜਾ ਸਕਦੇ। ਸ਼ਾਇਦ ਤੁਹਾਨੂੰ ਯਾਦ ਹੋਵੇ, ਕਿਉਂਕਿ ਇਹ ਕਾਨੂੰਨ, ਇਹ ਆਰਡੀਨੈਂਸ ਜਾਂ ਇਹ ਬਿੱਲ ਲਿਆਉਣ ਦੀ ਜ਼ਰੂਰਤ ਕਿਉਂ ਮਹਿਸੂਸ ਹੋਈ? ਅਸਲ ਦੇ ਵਿੱਚ ਲੋਕਤੰਤਰਿਕ ਮੁਲਕਾਂ ਦੇ ਵਿੱਚ ਜੇਕਰ ਕਿਸੇ ਕਾਨੂੰਨ ਦੀ ਫੌਰੀ ਤੌਰ 'ਤੇ ਜ਼ਰੂਰਤ ਪੈ ਜਾਵੇ, ਮੰਨ ਲਓ ਕਿ ਅੱਜ ਤੋਂ ਕਿਸੇ ਕਾਨੂੰਨ ਦੀ ਇੰਨੀ ਸਖਤ ਜ਼ਰੂਰਤ ਹੈ ਕਿ ਇਹਦੇ ਬਗੈਰ ਭਾਰਤ ਦਾ ਜਾਂ ਜਿਹੜੇ ਵੀ ਮੁਲਕ ਦੇ ਵਿੱਚ ਉਹ ਆਰਡੀਨੈਂਸ ਲਾਗੂ ਕੀਤਾ ਜਾ ਰਿਹਾ, ਗੁਜ਼ਾਰਾ ਨਹੀਂ ਹੋਣਾ ਬਹੁਤ ਲਾਜ਼ਮੀ ਹੈ। ਇਸ ਕਰਕੇ ਕਿ ਸੈਸ਼ਨ ਹਜੇ 2 ਮਹੀਨੇ, 4 ਮਹੀਨੇ, 5 ਮਹੀਨੇ ਦੂਰ ਹੈ। ਭਾਵ ਕਹਿਣ ਦਾ ਕਿ ਕਾਨੂੰਨ ਦੀ ਅੱਜ ਜ਼ਰੂਰਤ ਹੈ, ਪਰ ਸੈਸ਼ਨ ਹਜੇ ਦੂਰ ਹੈ, ਜਾਂ ਫਿਰ ਇਸ ਤਰ੍ਹਾਂ ਦੇ ਹਾਲਾਤ ਬਣੇ ਹੋਣ ਕਿ ਸੈਸ਼ਨ ਸੱਦਿਆ ਨਹੀਂ ਜਾ ਸਕਦਾ। ਉਹਨਾਂ ਵਕਤਾਂ ਦੇ ਵਿੱਚ ਉਸ ਵੇਲੇ ਦੇ ਵਿੱਚ ਆਰਡੀਨੈਂਸ ਲਿਆਂਦਾ ਜਾਂਦਾ ਹੈ, ਪਰ ਉਸ ਦੀ ਵੱਧ ਤੋਂ ਵੱਧ ਬੁਨਿਆਦ 6 ਮਹੀਨੇ। ਪਰ ਹੁਣ ਇਹ ਪੁੱਛਣ ਦੱਸਣ ਵਾਲੀ ਜ਼ਰੂਰਤ ਨਹੀਂ ਕਿ ਜਿਹੜੇ ਆ ਤਿੰਨੇ ਖੇਤੀਬਾੜੀ ਸੁਧਾਰ ਕਾਨੂੰਨ ਜਿਹੜੇ ਬਣ ਚੁੱਕੇ ਨੇ, ਜਦੋਂ ਇਹ ਆਰਡੀਨੈਂਸ ਲਿਆਂਦਾ ਤਾਂ ਉਸ ਵਕਤ ਐਡੀ ਕਿਹੜੀ ਸਖਤ ਜ਼ਰੂਰਤ ਸੀ ਕਿ ਆਰਡੀਨੈਂਸ ਲਿਆਉਣ ਦੀ ਜ਼ਰੂਰਤ ਸੀ। ਉਹਦੇ ਤੋਂ ਬਾਅਦ ਜਦੋਂ ਸੈਸ਼ਨ ਆਉਣ ਵਾਲਾ ਸੀ, ਸੈਸ਼ਨ ਦੇ ਵਿੱਚ ਲਿਆਉਂਦੇ। ਦੂਸਰੀ ਗੱਲ ਕਿ ਉਸ ਵਕਤ ਜ਼ਰੂਰਤ ਨਹੀਂ ਸੀ। ਤੀਸਰੀ ਗੱਲ ਕਿ ਕਿਸੇ ਨੇ ਮੰਗ ਨਹੀਂ ਸੀ ਕੀਤੀ। ਚੌਥੀ ਗੱਲ, ਸਰਕਾਰਾਂ ਹੁੰਦੀਆਂ ਨੇ ਲੋਕਾਂ ਵਾਸਤੇ, ਲੋਕਾਂ ਦੀਆਂ ਚੁਣੀਆਂ ਹੋਈਆਂ। ਜੇਕਰ ਲੋਕ ਚਾਹੁੰਦੇ ਨਹੀਂ, ਜਿਨ੍ਹਾਂ ਦੇ ਵਾਸਤੇ ਕਾਨੂੰਨ ਬਣਾਇਆ, ਤਾਂ ਸਰਕਾਰ ਨੂੰ ਹਿਚਕਚਾਹਟ ਨਹੀਂ ਕਰਨੀ ਚਾਹੀਦੀ ਉਹ ਕਾਨੂੰਨ ਵਾਪਸ ਲੈਣ ਦੇ ਵਾਸਤੇ। ਪਰ ਸਰਕਾਰ ਹਾਲੇ ਤੱਕ ਅੜੀ ਹੋਈ ਹੈ। ਅਤੇ ਦੂਸਰੇ ਪਾਸੇ
ਕਿਸਾਨ ਵੀ ਅੜ ਗਏ ਆ ਤੇ ਮੋਰਚਿਆਂ ਤੇ ਡਟ ਗਏ ਆ। ਉਹ ਕਹਿੰਦੇ ਇਹਦੇ ਤੋਂ ਘੱਟ ਸਾਨੂੰ ਕੁਝ ਮਨਜ਼ੂਰ ਨਹੀਂ ਤੇ ਅੱਜ ਸਰਕਾਰ ਨੂੰ ਇੱਕ ਵਾਰੀ ਫਿਰ ਤੋਂ ਉਹ ਵੱਡਾ ਫੈਸਲਾ ਸੁਣਾ ਕੇ ਆਏ ਹੈ। ਫੈਸਲੇ ਦੇ ਵਿੱਚ ਉਹਨਾਂ ਨੇ ਆਖਿਆ ਕਿ ਦੇਖੋ, ਅਸੀਂ ਤੁਹਾਡੇ ਤੋਂ ਸੋਧਾਂ ਨਹੀਂ ਮੰਗਦੇ, ਅਸੀਂ ਕਾਨੂੰਨ ਵਾਪਸ ਮੰਗਦੇ ਹਾਂ। ਅਤੇ ਨਾਲ ਅੱਜ ਕਿਸਾਨ ਆਗੂ ਨੇ ਬਾਹਰ ਨਿਕਲਦੇ ਸਾਰੀ ਆਖਿਆ ਕਿ ਹੁਣ ਅਸੀਂ ਫਿਰ ਆਪਣੀ ਮੀਟਿੰਗ ਸਾਰੀਆਂ ਜਥੇਬੰਦੀਆਂ ਨੇ ਰਲ ਕੇ ਕਰਨੀ ਹੈ ਕਿ 6 ਤਰੀਕ ਦੀ ਰਣਨੀਤੀ ਕੀ ਹੋਏਗੀ, 7 ਦੀ ਕੀ ਹੋਏਗੀ, 8 ਭਾਰਤ ਬੰਦ ਹੈ ਤੇ ਉਹਦੇ ਤੋਂ ਬਾਅਦ 9 ਦਸੰਬਰ ਦੀ ਇੱਕ ਵਾਰ ਫਿਰ ਤੋਂ ਮੀਟਿੰਗ ਦਾ ਸਮਾਂ ਨਿਰਧਾਰਿਤ ਕਰ ਦਿੱਤਾ ਗਿਆ। ਉਹ ਕਹਿੰਦੇ ਹੁਣ ਅਸੀਂ ਇਹ ਵੀ ਦੇਖਣਾ ਹੈ, ਅਸੀਂ ਕਹਿੰਦੇ ਕੇਂਦਰੀ ਮੰਤਰੀਆਂ ਨੂੰ ਇਹ ਆਖ ਆਏ ਹਾਂ ਕਿ ਹੁਣ ਅਸੀਂ ਪਹਿਲਾਂ ਵਾਂਗੂ ਬਿਨਾਂ ਪੈਰੋਂ ਮੌਜੇ ਖੋਲ੍ਹ ਕੇ ਮੀਟਿੰਗ ਕਰਨ ਨਹੀਂ ਆਉਣਾ। ਕਾਰਨ ਕੀ? ਉਹ ਕਹਿੰਦੇ ਜਿੰਨੀ ਦੇਰ ਤੱਕ ਸਾਨੂੰ ਤੁਸੀਂ ਪ੍ਰਪੋਜ਼ਲ ਨਹੀਂ ਭੇਜੋਗੇ ਕਿ ਜਿਹੜੀ 9 ਦਸੰਬਰ ਨੂੰ ਤੁਸੀਂ ਮੀਟਿੰਗ ਰੱਖ ਲਈ ਹੈ ਕਿ ਉਹਦੇ ਵਿੱਚ ਵਿਚਾਰਿਆ ਕੀ ਜਾਣਾ। ਜੇ ਕਹਿੰਦੇ ਉਹੀ ਰਾਮ ਕਹਾਣੀ ਤੁਸੀਂ ਪਿਛਲੀ ਸੁਣਾਉਣੀ ਹੈ ਕਿ ਕਾਨੂੰਨ ਤੁਹਾਡੇ ਹੱਕ ਦੇ ਨੇ, ਤੁਹਾਡੇ ਕਰਕੇ ਬਣਾਏ ਨੇ, ਤੁਹਾਡੀ ਆਮਦਨ ਦੁੱਗਣੀ ਹੋ ਜਾਏਗੀ, ਤੁਹਾਡੇ ਫਾਇਦੇ ਦੇ ਕਾਨੂੰਨ ਨੇ, ਉਹ ਕਹਿੰਦੇ ਫੇਰ ਨਹੀਂ ਅਸੀਂ ਆਉਣਾ। ਇੱਕ ਗੱਲ ਹੋਰ ਕਹਿੰਦੇ, ਅਸੀਂ ਉਹਨਾਂ ਨੂੰ ਕਿਹਾ ਪ੍ਰਪੋਜ਼ਲ ਭੇਜਿਓ, ਸਾਨੂੰ ਪਤਾ ਲੱਗੇ ਕਿ ਤੁਸੀਂ ਕੀ ਵਿਚਾਰਨਾ। ਜੇ ਤੁਸੀਂ ਸਿਰਫ ਉਸ ਮੀਟਿੰਗ ਦੇ ਵਿੱਚ ਵੀ ਗੱਲ ਸੋਧਾਂ ਦੀ ਹੀ ਕਰਨੀ ਹੈ ਕਿ ਸਿਰਫ ਸੋਧਾਂ ਕੀਤੀਆਂ ਜਾ ਸਕਦੇ ਨੇ, ਫਿਰ ਕਿਸਾਨ ਆਗੂ ਕਹਿੰਦੇ ਸ਼ਾਇਦ ਅਸੀਂ ਇਸ ਮੀਟਿੰਗ ਵਿੱਚ ਨਾ ਜਾਈਏ। ਹੁਣ ਇੱਕ ਪਾਸੇ ਪਟੀਸ਼ਨ ਦਾਇਰ ਕਰ ਦਿੱਤੀ ਗਈ ਹੈ, ਇੱਕ ਪਾਸੇ ਥੋੜ੍ਹੀ ਸਰਕਾਰ ਝੁਕੀ ਹੈ ਕਿਉਂਕਿ ਪਹਿਲਾਂ ਤਾਂ ਕਹਿੰਦੇ ਸੀ ਕਿ ਸੋਧਾਂ ਵੀ ਨਹੀਂ ਹੋਣੀਆਂ। ਹੁਣ ਗੱਲ ਇੱਥੇ ਤੱਕ ਪਹੁੰਚ ਗਈ ਹੈ ਕਿ ਸੋਧਾਂ ਤੱਕ ਗੱਲ ਆ ਗਈ ਹੈ, ਪਰ ਕਾਨੂੰਨ ਰੱਦ ਕਰਨ 'ਤੇ ਹਾਲੇ ਵੀ ਸਰਕਾਰ ਮੰਨਦੀ ਨਜ਼ਰ ਨਹੀਂ ਆ ਰਹੀ। ਪਰ ਦੂਸਰੇ ਪਾਸੇ ਕਿਸਾਨ ਆਗੂ ਵੀ ਆਪਣੀ ਜਿੱਦ 'ਤੇ ਅੜ ਗਏ ਆ, ਜਾਂ ਕਿਸਾਨਾਂ ਦੀ ਇਹ ਜਿੱਦ ਨਹੀਂ ਆਖੀ ਜਾ ਸਕਦੀ। ਕਿਸਾਨ ਆਪਣੇ ਭਵਿੱਖ ਨੂੰ ਬਚਾਉਣ ਵਾਸਤੇ ਹਰਬਾ ਜਰਬਾ ਵਰਤ ਰਹੇ ਹੈ। ਸੋ ਵੇਖਦੇ ਹਾਂ, ਸੁੱਖ ਸੋਹਲ ਕੋਲ ਦਿੱਲੀ ਚੱਲਦੇ ਹਾਂ ਕਿ ਕਿਸਾਨ ਆਗੂਆਂ ਦੇ ਨਾਲ ਉਹ ਗੱਲਬਾਤ ਕਰ ਰਹੇ ਹੈ ਕਿ ਉਹ ਇਸ ਮੀਟਿੰਗ ਤੋਂ ਬਾਅਦ ਕੀ ਮਹਿਸੂਸ ਕਰ ਰਹੇ ਹੈ ਤੇ ਉਹਦੇ ਤੋਂ ਬਾਅਦ ਫਿਰ ਵਾਪਸ ਪਰਤਦੇ ਹਾਂ। ਅੱਜ ਜਿਹੜੀ ਕਿਸਾਨਾਂ ਦੀ ਮੀਟਿੰਗ ਕੇਂਦਰ ਦੇ ਨਾਲ ਹੋਈ, ਉਹਦੇ ਵਿੱਚ ਵੀ ਕੇਂਦਰ ਸਰਕਾਰ ਦਾ ਰਵੱਈਆ ਜਿਹੜਾ ਹੈ ਅੜੀਅਲ ਰਿਹਾ। ਸਰਕਾਰ ਨੇ ਨਹੀਂ ਮੰਨਿਆ ਕਿ ਅਸੀਂ ਇਹ ਕਾਨੂੰਨ ਜਿਹੜੇ ਨੇ ਵਾਪਸ ਲਵਾਂਗੇ। ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਨੇਤਾ ਜਿਹੜੇ ਨੇ ਮੌਜੂਦ ਨੇ। ਬਾਈ ਜੀ, ਅੱਜ ਵੀ ਮੀਟਿੰਗ ਹੋਈ ਹੈ, ਸਫਲ ਰਹੀ। 5ਵੀਂ ਵਾਰ ਵਾਰਤਾਲਾਪ ਜਿਹੜੀ ਸੀ ਉਸ ਦੇ ਵਿੱਚ ਵੀ ਕੇਂਦਰ ਸਰਕਾਰ ਦਾ ਅੜੀਅਲ ਰਵੱਈਆ ਜਿਹੜਾ ਕਾਇਮ ਰਿਹਾ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਕੇਂਦਰ ਸਰਕਾਰ ਦਾ ਰਵੱਈਆ ਸ਼ੁਰੂ ਤੋਂ ਲੈ ਕੇ ਇਹੋ ਜਿਹੀ ਨਜ਼ਰ ਆਇਆ ਹੈ ਕਿ ਉਹਨੇ ਪਹਿਲਾਂ ਤਾਂ ਇੱਕ ਕਾਨੂੰਨ ਤੇ ਇਹ ਜਿਹੜੇ ਬਿੱਲ ਲਿਆਂਦੇ ਸੀ ਕਰੋਨਾ ਦੇ ਦਿਨਾਂ 'ਚ ਲਿਆਂਦੇ ਸੀ ਸਾਨੂੰ ਤਬਾਹ ਕਰਨ ਵਾਸਤੇ। ਹੁਣ ਜਦੋਂ ਤੋਂ ਲੈ ਕੇ ਸੰਘਰਸ਼ ਆਪਾਂ ਵਿੱਢੇ ਆ ਦੇਸ਼ ਦੇ ਵਿੱਚ, ਪੰਜਾਬ ਤੋਂ ਸ਼ੁਰੂ ਹੋਇਆ ਸੰਘਰਸ਼ ਅੱਜ ਬਹੁਤ ਬੁਲੰਦੀਆਂ ਨੂੰ ਛੂੰਹਦਾ ਨਜ਼ਰ ਆ ਰਿਹਾ ਹੈ, ਅੱਜ ਵੀ ਜਾਰੀ ਹੈ। ਤਾਂ ਇਸ ਅੰਦੋਲਨ ਦੀ ਦਾਬ ਦੇ ਸਦਕਾ ਅੱਜ ਆਪਾਂ 5ਵੀਂ ਮੀਟਿੰਗ ਦੇ ਵਿੱਚ ਕੇਂਦਰ ਸਰਕਾਰ ਨਾਲ ਬੈਠੇ ਹਾਂ। ਤਾਂ 5ਵੀਂ ਮੀਟਿੰਗ ਦੇ ਵਿੱਚ ਕੇਂਦਰ ਸਰਕਾਰ ਹਾਲੇ ਤੱਕ ਇੰਨੀ ਕੁ ਝੁਕੀ ਹੈ ਕਿ ਇਹਨਾਂ ਕਾਨੂੰਨਾਂ ਦੇ ਵਿੱਚ ਸੋਧ ਕਰ ਦਿੰਦੇ ਆ। ਉਹ ਸੋਧ ਕਰਨ ਨਾਲ ਇਹ ਕਾਨੂੰਨ ਇੰਨੇ ਮਾੜੇ ਖਤਮ ਨਹੀਂ ਹੋਣਗੇ। ਤਾਂ ਜਥੇਬੰਦੀਆਂ ਨੇ, ਸਾਰੀਆਂ ਯੂਨੀਅਨਾਂ ਨੇ ਇਹ ਫੈਸਲਾ ਕੀਤਾ ਹੈ ਕਿ ਕਾਨੂੰਨ ਬਿਲਕੁਲ ਪੂਰੀ ਤਰ੍ਹਾਂ ਰੱਦ ਹੋਣੇ ਚਾਹੀਦੇ ਹੈ। ਬਿਜਲੀ ਬਿੱਲ 2020 ਵਾਪਸ ਹੋਣਾ ਚਾਹੀਦਾ ਹੈ, ਪਰਾਲੀ ਵਾਲਾ ਕਾਨੂੰਨ ਵਾਪਸ ਹੋਣਾ ਚਾਹੀਦਾ। ਵਿੱਚ ਵਿਚਾਲੇ ਵਾਲਾ ਰਸਤਾ ਜਿਹੜਾ ਕੋਈ ਵੀ ਸਾਨੂੰ ਮਨਜ਼ੂਰ ਨਹੀਂ ਹੈ, ਕਿਉਂਕਿ ਇਸ ਕਰਕੇ ਮਨਜ਼ੂਰ ਨਹੀਂ, ਇਹ ਕੇਂਦਰ ਸਰਕਾਰ ਦਾ ਜਿਹੜਾ ਰਵੱਈਆ ਹੈ ਉਹ ਬਿਲਕੁਲ ਅੜੀਅਲ ਰਵੱਈਆ ਹੈ। ਇਹਦਾ ਰਵੱਈਆ ਜਿਹੜਾ ਅੱਜ ਦੀ ਮੀਟਿੰਗ 'ਚੋਂ ਵੀ ਨਜ਼ਰ ਆ ਰਿਹਾ ਹੈ, ਪਰਸੋਂ ਵਾਲੀ ਮੀਟਿੰਗ ਦੇ ਵਿੱਚ ਵੀ ਨਜ਼ਰ ਆ ਰਿਹਾ ਸੀ। ਇਹਦਾ ਹਾਲੇ ਵੀ ਰਵੱਈਆ ਉਹ ਹੈ ਕਿ ਨਰਿੰਦਰ ਮੋਦੀ ਕਾਰਪੋਰੇਟ ਘਰਾਣਿਆਂ ਦਾ ਪੱਖੀ ਹੁੰਦਾ ਦਿਖਾਈ ਦੇ ਰਿਹਾ ਹੈ। ਉਹ ਕਿਉਂਕਿ ਉਹ ਅਡਾਨੀਆਂ ਅਵਾਨੀਆਂ ਨੂੰ ਸਾਡੇ ਮੁਲਕ ਦੇ ਉੱਤੇ ਕਬਜ਼ਾ ਕਰਾਉਣਾ ਚਾਹੁੰਦਾ ਹੈ। ਸਾਡੀਆਂ ਜਿਹੜੀਆਂ ਜ਼ਮੀਨਾਂ ਜਾਇਦਾਦਾਂ ਨੇ, ਸਾਡੇ ਦੇਸ਼ ਦਾ ਅਨਾਜ ਭੰਡਾਰ ਹੈ, ਤਾਂ ਉਹਦੇ ਤੇ ਅਡਾਨੀਆਂ ਅਵਾਨੀਆਂ ਨੂੰ ਕਬਜ਼ਾ ਕਰਾਉਣਾ ਚਾਹੁੰਦਾ ਹੈ। ਸਾਡੀਆਂ ਜ਼ਮੀਨਾਂ ਕੰਪਨੀਆਂ ਨੂੰ ਸੌਂਪਣਾ ਚਾਹੁੰਦਾ ਹੈ। ਨਾਲ ਦੀ ਨਾਲ ਸਾਨੂੰ ਪਿੰਡਾਂ 'ਚੋਂ ਕੱਢ ਕੇ ਸ਼ਹਿਰਾਂ 'ਚ ਵਸਾਉਣਾ ਚਾਹੁੰਦਾ ਹੈ। ਐਦੋਂ ਵੀ ਅੱਗੇ ਉਹਦੀਆਂ ਨੀਤੀਆਂ ਸਾਨੂੰ ਕੰਗਾਲ ਕਰ ਦੇਣਗੀਆਂ ਜੇ ਕਾਨੂੰਨ ਅਮਲ ਦੇ ਵਿੱਚ ਲਾਗੂ ਰਹਿ ਗਏ। ਇਹ ਕੱਲੀਆਂ ਸੋਧਾਂ ਨਾਲ ਇਸੇ ਕਰਕੇ ਅਸੀਂ ਸਹਿਮਤ ਨਹੀਂ ਹੁੰਦੇ ਕਿ ਪੂਰੇ ਦੇ ਪੂਰੇ ਰੱਦ ਕਰਾ ਕੇ ਹਟਾਂਗੇ। ਅਸੀਂ ਅੰਦੋਲਨ ਭਾਵੇਂ ਕਿੰਨਾ ਵੀ ਲੰਬਾ ਸਾਨੂੰ ਕਿਉਂ ਨਾ ਕਰਨਾ ਪੈ ਜੇ, ਆਹ ਅੰਦੋਲਨ
ਜਿਸ ਤਰ੍ਹਾਂ ਦਾ ਅੰਦੋਲਨ ਚੱਲਿਆ ਹੋਇਆ ਹੈ, ਇਹ ਅੰਦੋਲਨ ਦੇ ਵਿੱਚ ਸਾਨੂੰ ਜਿੱਡੀ ਵੱਡੀ ਪੱਧਰ ਤੇ ਸਪੋਰਟ ਮਿਲ ਰਹੀ ਹੈ। ਸਪੋਰਟ ਇਸ ਕਰਕੇ ਮਿਲ ਰਹੀ ਹੈ, ਜਦੋਂ ਦਾ ਮੋਦੀ ਨੇ ਰਾਜ ਸਾਂਭਿਆ ਤਾਂ ਇਹ ਦੇਸ਼ ਦੇ ਲੋਕ ਇਹਨੇ ਫਾਲੇ ਵਾਂਗੂ ਤਬਾਤੇ, ਫਾਲੇ ਵਾਂਗੂ ਕਦੇ ਨੋਟਬੰਦੀ, ਕਦੇ GST, ਕਦੇ ਧਾਰਾ 370 ਤੇ 35A ਦਾ ਮਸਲਾ, NRC NPR CA ਦਾ ਮਸਲਾ, ਨੋਟਬੰਦੀ ਦਾ ਮਸਲਾ। ਕਹਿਣ ਦਾ ਭਾਵ ਕਦੇ ਹੁਣ ਕਹਿੰਦਾ ਮੈਂ ਕਾਨੂੰਨ ਲਿਆਂਦਾ ਖੇਤੀ ਦੇ ਵਿੱਚ ਲੋੜੀਂਦੇ ਨੇ ਨਕਾਲੇ ਕਾਨੂੰਨ ਜਿਹਦੇ ਨਾਲ ਤੁਹਾਡੀ ਆਮਦਨ ਦੁੱਗਣੀ ਕਰੂੰ। ਇਹਦਾ ਮਤਲਬ ਇਹ ਦੇਸ਼ ਨੂੰ ਤਬਾਹ ਕਰਕੇ ਕੰਪਨੀਆਂ ਦੇ ਮੂਹਰੇ ਪਰੋਸ ਕੇ ਵੇਚਣਾ ਚਾਹੁੰਦਾ ਹੈ। ਜਿਹਨੇ ਸਾਡੀਆਂ ਸੜਕਾਂ ਕੰਪਨੀਆਂ ਨੂੰ ਵੇਚਤੀਆਂ, ਜਿਹਨੇ ਸਾਡੇ ਹਸਪਤਾਲ ਕੰਪਨੀਆਂ ਨੂੰ ਵੇਚਤੇ, ਜਿਹਨੇ ਸਾਡੀ ਸਸਤੀ ਵਿਦਿਆ ਤਬਾਹ ਕਰ ਦਿੱਤੀ ਹੈ, ਜਿਹਨੇ ਸਾਡੇ ਉਹ ਰੁਜ਼ਗਾਰ ਦੇ ਉੱਤੇ ਲੱਤ ਮਾਰ ਦਿੱਤੀ ਹੈ। ਜਿਹੜਾ ਰੇਲਵੇ 'ਚ ਮਿਲਦਾ ਸੀ ਰੇਲਵੇ ਵੀ ਵੇਚ ਦਿੱਤੀ ਹੈ, ਹਵਾਈ ਅੱਡੇ ਵੇਚਤੇ, ਨਾਲ ਦੀ ਨਾਲ ਕਿਰਤ ਕਾਨੂੰਨਾਂ ਦੇ ਵਿੱਚ ਸੋਧਾਂ ਕਰਕੇ ਸਾਡੇ ਮਜ਼ਦੂਰਾਂ ਦੇ ਰੁਜ਼ਗਾਰ ਦੇ ਉੱਤੇ ਵੱਡਾ ਹਮਲਾ ਇਹਨਾਂ ਨੇ ਕੀਤਾ ਹੋਇਆ ਹੈ। ਸਿੱਖਿਆ ਨੀਤੀ ਲਿਆ ਕੇ ਆਉਂਦੇ ਦਿਨਾਂ ਦੇ ਵਿੱਚ ਭਗਵਾ ਕਰਨ ਦੀਆਂ ਬਿਉਂਤਾਂ ਨੇ। ਸੋ ਇਹ ਸਾਰੇ ਹਮਲਿਆਂ ਨੂੰ ਅਸੀਂ ਚੰਗੀ ਤਰ੍ਹਾਂ ਸਮਝਦੇ ਹਾਂ। ਲੜਾਈ ਬਹੁਤ ਲੰਮੀ ਹੈ। ਇਹ ਘੋਲ ਜਿੱਤਣ ਤੋਂ ਬਾਅਦ ਦੇਸ਼ ਦੀ ਤਕਦੀਰ ਬਦਲੇਗੀ। ਇਸ ਕਰਕੇ ਲੋਕਾਂ ਨੂੰ ਸਾਡੇ ਇਸ ਘੋਲ ਤੋਂ ਬੜੀਆਂ ਆਸਾਂ ਨੇ। ਇਸ ਘੋਲ ਦੀ ਸਪੋਰਟ ਉਹ ਲੋਕ ਕਰ ਰਹੇ ਨੇ ਜਿਨ੍ਹਾਂ ਨੂੰ ਭਾਰਤ ਸਰਕਾਰ ਦੇ ਅਵਾਰਡ ਦਿੱਤੇ ਹੋਏ ਸੀ। ਉਹਨਾਂ ਨੇ ਅਵਾਰਡਾਂ ਨੂੰ ਵਾਪਸ ਕਰਨਾ ਸ਼ੁਰੂ ਕਰ ਦਿੱਤਾ। ਵੱਡੀਆਂ ਲਾਈਨਾਂ, ਕਲਾਕਾਰ, ਬੁੱਧੀਜੀਵੀ, ਹੋਰ ਕਲਮਕਾਰ, ਪੱਤਰਕਾਰ, ਹਰ ਵਰਗ ਦੇ ਜਿਹੜੇ ਭਾਰਤ ਨਾਲ ਪਿਆਰ ਕਰਨ ਵਾਲੇ ਲੋਕ ਨੇ ਉਹ ਸਰਕਾਰ ਦੇ ਵਿਰੁੱਧ ਖੜ ਰਹੇ ਹੈ। ਇਸੇ ਤਰ੍ਹਾਂ ਹਰ ਵਰਗ ਦੇ ਲੋਕ ਸਾਡੇ ਨਾਲ ਜੁੜ ਰਹੇ ਨੇ, ਭਾਵੇਂ ਉਹਨਾਂ ਨੂੰ ਸਾਡੇ ਘੋਲ ਕਰਕੇ ਥੋੜੀਆਂ ਮੋਟੀਆਂ ਤੰਗੀਆਂ ਤੁਲਸੀਆਂ ਝੱਲਣੀਆਂ ਪੈ ਰਹੀਆਂ ਨੇ। ਸਾਡੇ ਅੰਦੋਲਨ ਕਰਕੇ ਉਹਨਾਂ ਨੂੰ ਅਪੀਲ ਕਰਦੇ ਆ, ਭਰਾਵੋ ਸਾਡੀ ਮਜਬੂਰੀ ਹੈ, ਤੰਗੀਆਂ ਮਾੜੀਆਂ ਮੋਟੀਆਂ ਝੱਲਣੀਆਂ ਪੈ ਸਕਦੀਆਂ ਨੇ, ਪਰ ਅਸੀਂ ਆਪਣਾ ਦੇਸ਼ ਕੰਪਨੀਆਂ ਨੂੰ ਵੇਚਣ ਨਹੀਂ ਦੇਣਾ। ਲੜਾਈ ਲੜਾਂਗੇ, ਨਰਿੰਦਰ ਮੋਦੀ ਨੂੰ ਆਉਂਦੇ ਦਿਨਾਂ ਲਈ ਝੁਕਣ ਲਈ ਮਜਬੂਰ ਕਰ ਦਿਆਂਗੇ। ਅੱਛਾ, ਜਿਸ ਤਰੀਕੇ ਦੇ ਨਾਲ ਪ੍ਰਧਾਨ ਮੰਤਰੀ ਹੋਣਾ ਨੇ ਸੈਲਫ ਈਗੋ ਦਾ ਮਸਲਾ ਬਣਾ ਲਿਆ ਹੈ, ਉਹ ਪਿੱਛੇ ਨਹੀਂ ਹਟ ਰਹੇ। ਕਿਸਾਨ ਜਥੇਬੰਦੀਆਂ ਵੀ ਆਪਣੀਆਂ ਮੰਗਾਂ ਦੇ ਉੱਤੇ ਬਰਕਰਾਰ ਨੇ। ਕੀ ਲੱਗਦਾ ਹੈ ਰੇੜਕਾ ਕਦੋਂ ਕੁ ਤੱਕ ਚੱਲੂਗਾ? ਕੀ ਕੁਝ ਹੁਣ ਕੀਤਾ ਜਾਵੇਗਾ ਕਿ ਪ੍ਰਧਾਨ ਮੰਤਰੀ ਦਾ ਅੜੀਅਲ ਰਵੱਈਆ ਜਾਂ ਫਿਰ ਕਹਿ ਲਓ ਆਕੜ ਜਿਹੜੀ ਹੈ ਉਹ ਭੰਨੀ ਜਾਵੇਗੀ? ਦੇਖੋ, ਇਹ ਉਹ ਭਾਰਤ ਹੈ ਜਿਹਨੇ ਇੱਥੇ ਅੰਗਰੇਜ਼ਾਂ ਦੇ ਰਾਜ ਨੂੰ ਨਹੀਂ ਰਹਿਣ ਦਿੱਤਾ। ਇਹ ਭਾਰਤ ਦੇ ਲੋਕ ਸ਼ਾਂਤਮਈ ਸੰਘਰਸ਼ ਕਰ ਰਹੇ ਨੇ। ਇਹ ਸੰਘਰਸ਼ ਆਉਂਦੇ ਦਿਨਾਂ ਦੇ ਵਿੱਚ ਹੋਰ ਵਿਸ਼ਾਲ ਹੋਣਾ ਹੈ। ਐਲਾਨ ਅਸੀਂ ਕੀਤਾ ਹੋਇਆ ਅੱਜ ਸਾਰੇ ਭਾਰਤ ਦੇ ਵਿੱਚ ਨਰਿੰਦਰ ਮੋਦੀ ਦੀ ਸਰਕਾਰ ਦੀ ਅਤੇ ਕਾਰਪੋਰੇਟ ਘਰਾਣਿਆਂ ਦੀਆਂ ਅਰਥੀਆਂ ਪਿੰਡ ਸਾੜੀਆਂ ਗਈਆਂ ਨੇ। ਹਰ ਸ਼ਹਿਰ ਦੇ ਵਿੱਚ ਸਾੜੀਆਂ ਗਈਆਂ ਨੇ। 8 ਤਰੀਕ ਨੂੰ ਭਾਰਤ ਬੰਦ ਦਾ ਅਸੀਂ ਸੱਦਾ ਦਿੱਤਾ ਸਾਰੀਆਂ ਜਥੇਬੰਦੀਆਂ ਵੱਲੋਂ। ਇਹ ਸੱਦਾ ਸਾਡੇ ਭਾਰਤ ਦੇ ਲੋਕ ਕਬੂਲਣਗੇ। ਟੋਲ ਪਲਾਜ਼ੇ ਵੀ ਬੰਦ ਹੋਣਗੇ, ਦੁਕਾਨਦਾਰ ਭਰਾ ਵੀ ਸਾਡੇ ਨਾਲ ਆਉਣਗੇ, ਕਿਉਂਕਿ ਉਹਦੇ ਵਿੱਚ ਵੀ ਵਿਦੇਸ਼ੀ ਪੂੰਜੀ ਨਿਵੇਸ਼ ਦੀ ਨੀਤੀ ਦੇ ਤਹਿਤ ਵੱਡੀਆਂ ਕੰਪਨੀਆਂ ਵੱਡੇ ਮਾਲ ਖੋਲ੍ਹ ਰਹੀਆਂ ਨੇ, ਉਹਨਾਂ ਦਾ ਰੁਜ਼ਗਾਰ ਤਬਾਹ ਕਰ ਰਹੀਆਂ ਨੇ। ਤਾਂ ਦੇਸ਼ ਦੇ ਲੋਕ ਇਹ ਗੱਲਾਂ ਨੂੰ ਸਮਝ ਚੁੱਕੇ ਨੇ, ਉਹ ਸਾਡੀ ਸਪੋਰਟ ਕਰਨਗੇ। ਟਰਾਂਸਪੋਰਟਡ ਸਾਰੇ ਸਾਡੀ ਸਪੋਰਟ ਕਰਨਗੇ। ਤਾਂ ਇਹ ਅੰਦੋਲਨ ਐਡਾ ਵਿਸ਼ਾਲ ਹੋਊਗਾ ਕਿ ਇਤਿਹਾਸਕ ਅੰਦੋਲਨ ਹੋਏਗਾ। ਹੁਣ ਤੱਕ ਵੀ ਇਤਿਹਾਸਕ ਅੰਦੋਲਨ ਹੈ। ਜਿੰਨਾ ਪਿਆਰ ਸਾਨੂੰ ਉਸ ਅੰਦੋਲਨ ਦੇ ਵਿੱਚ ਮਿਲ ਰਿਹਾ ਹੈ ਕਿ ਨਾ ਸਾਡੇ ਕੋਲੇ ਦੁੱਧ ਦੀ ਤੋਟ ਹੈ ਉਸ ਅੰਦੋਲਨ ਦੇ ਵਿੱਚ, ਨਾ ਸਾਡੇ ਕੋਲੇ ਫਰੂਟਾਂ ਦੀ ਤੋਟ ਹੈ, ਨਾ ਸਬਜ਼ੀਆਂ ਦੀ ਤੋਟ ਹੈ, ਨਾ ਕੱਪੜਿਆਂ ਦੀ ਤੋਟ ਹੈ, ਨਾ ਸਾਡੇ ਕੋਲੇ ਇੱਥੋਂ ਤੱਕ ਕਿ ਸਾਡੇ ਵਿਦੇਸ਼ਾਂ ਦੇ ਵਿੱਚ ਬੈਠੇ ਭਾਰਤੀ ਵੀਰ ਵੀ ਸਾਡੀ ਸਪੋਰਟ ਕਰ ਰਹੇ ਨੇ। ਉਹਨਾਂ ਦੇ ਜਥੇ ਉੱਧਰੋਂ ਤੁਰ ਕੇ ਰਵਾਨਾ ਹੋ ਕੇ ਇਸ ਅੰਦੋਲਨ ਦੇ ਵਿੱਚ ਸ਼ਾਮਲ ਹੋਣ ਲਈ ਆ ਰਹੇ ਨੇ। ਉਹਨਾਂ ਦੇ ਕਾਜੂ ਬਦਾਮ ਕਵਟਲਾਂ ਦੇ ਕਵਟਲ ਸਾਡੇ ਕੋਲੇ ਪਹੁੰਚ ਰਹੇ ਨੇ। ਉਹ ਕੋਈ ਗੱਦੇ ਭੇਜ ਰਿਹਾ ਸਾਡੇ ਕੋਲੇ, ਕੋਈ ਕੰਬਲ ਭੇਜ ਰਿਹਾ ਹੈ। ਸਾਡੇ ਘੋਲਾਂ 'ਚ ਹਰ ਬੱਚਾ ਪਰਿਵਾਰਾਂ ਸਮੇਤ ਸ਼ਾਮਲ ਹੋ ਰਿਹਾ ਹੈ। ਸਾਡੇ ਪੁਲਿਸ ਵਾਲੇ ਮੁਲਾਜ਼ਮ ਭਰਾ, ਹਰ ਫੌਜ ਵਾਲੇ ਮੁਲਾਜ਼ਮ ਭਰਾ, ਹੋਰ ਕਿਹੜੇ ਤਬਕਿਆਂ 'ਚ ਕੰਮ ਕਰਨ ਵਾਲੇ ਭਰਾ ਸਾਡੇ ਅੰਦੋਲਨ 'ਚ ਸ਼ਾਮਲ ਹੋ ਰਹੇ ਨੇ। ਜਦੋਂ ਐਡੀ ਵੱਡੀ ਜਨਤਾ, ਐਡੀ ਵੱਡੀ ਪੱਧਰ ਤੇ ਇਸ ਘੋਲ ਦੀ ਸਪੋਰਟ ਹੋਵੇ, ਭਾਰਤੀ ਲੋਕਾਂ ਨੇ ਇਸ ਘੋਲ ਨੂੰ ਆਪਣਾ ਘੋਲ ਬਣਾ ਲਿਆ ਹੋਵੇ, ਤਾਂ ਕਿਹੜੀ ਤਾਕਤ ਹੈ ਜਿਹੜੀ ਇਸ ਘੋਲ ਨੂੰ ਹਰਾ ਦੇਗੀ? ਸਾਨੂੰ ਮਾਣ ਹੈ ਭਾਰਤ ਦੇ ਲੋਕਾਂ ਤੇ ਲੜਨ ਵਾਲੇ ਲੋਕ। ਜਿਹੜੇ ਵਿਦੇਸ਼ਾਂ 'ਚ ਬੈਠੇ ਲੋਕ ਨੇ ਉਹ ਸਮਰਥਨ ਕਰ ਰਹੇ ਨੇ। ਉਹ ਆਖਦੇ ਨੇ ਕਿ ਅਸੀਂ ਕਰੋਨਾ ਦੇ ਕਰਕੇ ਜਹਾਜ਼ 'ਚ ਬਹਿ ਕੇ ਆ ਤਾਂ ਨਹੀਂ ਸਕਦੇ, ਪਰ ਤਨੋ ਮਨੋ ਉਹ ਇਸ ਅੰਦੋਲਨ ਦੇ ਨਾਲ ਨੇ, ਤੁਹਾਡੀ ਪਿੱਠ ਦੇ ਉੱਤੇ ਖੜੇ ਨੇ। ਵਿਦੇਸ਼ਾਂ 'ਚ ਵਸਦੇ ਪੰਜਾਬੀਆਂ ਲਈ ਕੀ ਕਹਿਣਾ ਚਾਹੋਗੇ? ਵਿਦੇਸ਼ਾਂ ਦੇ ਵਿੱਚ ਵਸਦੇ ਪੰਜਾਬੀਆਂ ਲਈ ਸਭ ਤੋਂ ਪਹਿਲਾਂ ਤਾਂ ਉਹਨਾਂ ਬਾਈਆਂ ਦਾ ਅਸੀਂ ਧੰਨਵਾਦ ਕਰਦੇ ਹਾਂ, ਸਾਡੀਆਂ ਭੈਣਾਂ ਤੇ ਭਰਾਵਾਂ ਦਾ, ਜਿਨ੍ਹਾਂ ਨੇ ਇਸ ਘੋਲ ਦੇ ਉੱਤੇ ਪੂਰੀ ਨਜ਼ਰ ਬਣਾਈ ਹੋਈ ਹੈ। ਆਪਣੇ ਮੁਲਕਾਂ ਦੇ ਅੰਦਰ ਉਹ ਵੀ ਰੋਸ ਮੁਜ਼ਾਹਰੇ ਕਰ ਰਹੇ ਨੇ, ਉਹ ਹੋਰ ਵੱਡੀ ਪੱਧਰ ਤੇ ਕਰਨ, ਪਰ ਨਾਲ ਦੀ ਨਾਲ ਜਿੰਨਾ ਉਹਨਾਂ ਦਾ ਪਿਆਰ ਸਾਨੂੰ ਮਿਲ ਰਿਹਾ ਹੈ,
ਦੁਨੀਆ ਪੱਧਰ ਦੇ ਉੱਤੇ, ਤਾਂ ਅਸੀਂ ਉਹਨਾਂ ਦੇ ਪਿਆਰ ਨੂੰ ਹਮੇਸ਼ਾ ਘੋਲ ਲੜਦੇ ਹੋਏ ਯਾਦ ਰੱਖਾਂਗੇ, ਕਿਉਂਕਿ ਉਹ ਇਸ ਮਿੱਟੀ ਦੇ ਜੰਮੇ ਜਾਏ ਐ, ਸਾਡੇ ਨਾਲ ਪਿਆਰ ਕਰਨਗੇ। ਸਾਡੀ ਭਰਾ ਨੇ ਕੋਈ, ਅਸੀਂ ਜੇ ਉਹ ਨਹੀਂ ਵੀ ਆ ਸਕਦੇ, ਉਹਨਾਂ ਦੀਆਂ ਮਜਬੂਰੀਆਂ, ਅਸੀਂ ਆਪਣਾ ਕਤਰਾ ਇਸ ਘੋਲ ਲਈ ਵਹਾਉਣ ਨੂੰ ਤਿਆਰ ਹਾਂ, ਪਰ ਕੇਂਦਰ ਸਰਕਾਰ ਮੂਹਰੇ ਝੁਕਾਂਗੇ ਨਹੀਂ। ਹੁਣ ਹੋਰ ਕੀ ਪ੍ਰੋਗਰਾਮ ਲਿਖੇ ਜਾਣਗੇ? ਅੱਗੇ ਭਾਰਤ ਬੰਦ ਦਾ ਐਲਾਨ ਹੈ, ਤੁਸੀਂ ਤਾਂ ਸਾਰੇ ਇੱਥੇ ਹੋ, ਕਿਸਾਨ ਜਥੇਬੰਦੀਆਂ ਦੇ ਆਗੂ ਇੱਥੇ ਨੇ, ਨੌਜਵਾਨ ਬਜ਼ੁਰਗ ਵੱਡੀ ਗਿਣਤੀ 'ਚ ਇੱਥੇ ਨੇ, ਫਿਰ ਪਿੱਛੇ ਕਿਵੇਂ ਸਫਲ ਕਿਵੇਂ ਬਣਾਇਆ ਜਾਵੇਗਾ ਇਸ ਭਾਰਤ ਬੰਦ ਨੂੰ ਪੂਰੇ ਤਰੀਕੇ ਦੇ ਨਾਲ? ਦੇਖੋ, ਤੁਸੀਂ ਅਖਬਾਰਾਂ ਦੇ ਰਾਹੀਂ ਮੀਡੀਆ ਦੇ ਸੋਸ਼ਲ ਮੀਡੀਆ ਤੇ ਦੇਖਿਆ ਹੋਣਾ ਕਿ ਸਾਡੇ ਜਿਹੜੇ ਘਰ ਨੇ ਪਿੱਛੇ, ਅਸੀਂ ਤਾਂ ਅੰਦੋਲਨ ਕਰ ਰਹੇ ਹਾਂ, ਦਿੱਲੀ ਦੇ ਵਿੱਚ ਬੈਠੇ ਹਾਂ, ਸਾਡੇ ਪਿੰਡਾਂ ਦੇ ਕਿਸਾਨਾਂ ਨੇ ਸਾਡੇ ਕੰਮਕਾਰ ਨੂੰ ਆਪ 'ਚ ਵੰਡ ਕੇ ਸਾਂਭ ਲਿਆ। ਸਾਡੀਆਂ ਜਿਹੜੀਆਂ ਧੀਆਂ ਭੈਣਾਂ ਨੇ ਸਾਡੇ ਖੇਤੀ ਦੇ ਕੰਮ ਨੂੰ ਸਾਂਭ ਲਿਆ। ਉਹਨਾਂ ਨੂੰ ਪਤਾ ਹੈ ਵੀ ਹੁਣ ਲੜਾਈ ਇੱਥੇ ਮੁੱਕਣ ਵਾਲੀ ਨਹੀਂ, ਹੁਣ ਇਹ ਸੰਘਰਸ਼ ਇੱਥੇ ਮੁੱਕਣ ਵਾਲਾ ਨਹੀਂ, ਹੁਣ ਇਹ ਲੜੇ ਬਿਨਾ ਸਰਨਾ ਨਹੀਂ, ਕਿਉਂਕਿ ਦੇਸ਼ ਦੇ ਅੰਦਰ ਕਿਰਤੀ ਪਹਿਲਾਂ ਵੀ ਖੁਦਕੁਸ਼ੀਆਂ ਕਰ ਰਹੇ ਹੈ, ਮਜ਼ਦੂਰ ਖੁਦਕੁਸ਼ੀਆਂ ਕਰ ਰਿਹਾ ਹੈ, ਕਿਸਾਨ ਖੁਦਕੁਸ਼ੀਆਂ ਕਰ ਰਿਹਾ ਹੈ, ਛੋਟਾ ਦੁਕਾਨਦਾਰ ਖੁਦਕੁਸ਼ੀਆਂ ਕਰ ਰਿਹਾ ਹੈ, ਕਿਉਂਕਿ ਕਰੋਨਾ ਦੇ ਦਿਨਾਂ ਕਰਕੇ ਪਹਿਲਾਂ ਆਰਥਿਕ ਮੰਦੀ ਹੋਰ ਵੱਧ ਗਈ ਸੀ। ਇਹ ਹਾਲਾਤ, ਕਿਸਾਨੀ ਦੀ ਹਾਲਤ ਕੋਈ ਪਹਿਲਾਂ ਹੀ ਬਹੁਤੀ ਚੰਗੀ ਨਹੀਂ, ਇਹਨਾਂ ਨੂੰ ਫਸਲਾਂ ਦੇ ਲਾਹੇਵੰਦ ਭਾਅ ਹੀ ਨਹੀਂ ਕਦੇ ਦਿੱਤੇ ਗਏ। ਇਹ ਹਾਲਾਤਾਂ ਦੇ ਅੰਦਰ ਉਹਨਾਂ ਨੂੰ ਇਸ ਘੋਲ ਤੋਂ ਇੱਕ ਆਸ ਜਾਗੀ ਹੈ, ਭਾਰਤ ਦੇ ਲੋਕਾਂ ਨੂੰ, ਪੰਜਾਬ ਦੇ ਲੋਕਾਂ ਨੂੰ। ਉਹ ਆਸ ਇਹ ਹੈ ਕਿ ਜੇ ਅਸੀਂ ਲੜਾਈ 'ਚ ਸਫਲ ਹੋ ਗਏ ਤਾਂ ਆਉਂਦੇ ਦਿਨਾਂ 'ਚ ਸਾਡੀ ਕੋਈ ਜੂਨ ਸੁਧਰਨ ਦੇ ਜਿਹੜੇ ਦਿਨ ਨੇ ਉਹ ਸਾਹਮਣੇ ਆਉਣਗੇ। ਸਾਡੇ ਸਾਰੇ ਕੰਮਕਾਰ ਦੀ ਜ਼ਿੰਮੇਵਾਰੀ ਪਿੰਡਾਂ ਦੇ ਲੋਕਾਂ ਨੇ ਚੱਕ ਲਈ। ਇਹ ਭਾਜਪਾ ਦੇ ਲੀਡਰਾਂ ਨੂੰ ਲੋਕ ਪਿੰਡਾਂ 'ਚ ਨਹੀਂ ਵੜਨ ਦਿੰਦੇ, ਇਹਨਾਂ ਦੇ ਨਾਲ ਜੋਟੀ ਪਾਈ ਹੋਈ ਜਿਨ੍ਹਾਂ ਪਾਰਟੀਆਂ ਦੀ ਸੀ ਉਹਨਾਂ ਨੂੰ ਪਿੰਡਾਂ 'ਚ ਨਹੀਂ ਵੜਨ ਦਿੰਦੇ। ਸਾਨੂੰ ਪਤਾ ਹੈ ਵੀ ਸਰਕਾਰਾਂ ਦੀ ਜਾਨ ਕਿੱਥੇ ਹੁੰਦੀ ਹੈ, ਉਹ ਪਿੰਡਾਂ 'ਚ ਹੁੰਦੀ ਹੈ। ਜਦੋਂ ਪਿੰਡਾਂ ਦੇ ਲੋਕ, ਅੱਜ ਦੇਖ ਲਿਓ, ਹਰ ਰੋਜ਼ ਸੈਂਕੜਿਆਂ ਦੀ ਗਿਣਤੀ 'ਚ ਟਰਾਲੀਆਂ ਦੇ ਕਾਫਲੇ ਆ ਜਿਹੜੇ ਉਹ ਜੁੜਦੇ ਜਾਂਦੇ ਆ, ਕਾਫਲੇ ਵੱਡੇ ਹੁੰਦੇ ਜਾਂਦੇ ਆ, ਤਾਂ ਆਪਾਂ ਸਾਰੇ ਰਲ ਕੇ ਇਹ ਮੋਦੀ ਸਰਕਾਰ ਨੂੰ ਝੁਕਣ ਲਈ ਮਜਬੂਰ ਕਰ ਦਿਆਂਗੇ। ਸੋ ਬਿਲਕੁਲ ਸਰਕਾਰ ਨੂੰ ਝੁਕਣ ਦੇ ਲਈ ਮਜਬੂਰ ਕੀਤਾ ਜਾਵੇਗਾ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਇਹ ਲੀਡਰ ਜਿਹੜੇ ਨੇ, ਇਹ ਬੁਲਾਰੇ, ਜਿਨ੍ਹਾਂ ਨੇ ਦੱਸਿਆ ਕਿ ਜੇਕਰ ਅੱਜ ਵੀ ਸਰਕਾਰ ਨਹੀਂ ਝੁਕੀ, ਕੋਈ ਗੱਲ ਨਹੀਂ, ਅਸੀਂ ਝੁਕਾਉਣ ਦੇ ਲਈ ਹਰ ਹੀਲਾ ਕਰਾਂਗੇ। ਸੋ ਅੱਜ 5ਵੀਂ ਮੀਟਿੰਗ ਸੀ ਜਿਹੜੀ ਲਗਾਤਾਰ ਅਸਫਲ ਰਹੀ ਹੈ। ਇਸ ਤੋਂ ਪਹਿਲਾਂ ਵੀ 4 ਮੀਟਿੰਗਾਂ ਹੋਈਆਂ ਸਨ। ਅੱਜ ਵੀ ਕੇਂਦਰ ਸਰਕਾਰ ਨੇ ਆਖਿਆ ਹੈ ਕਿ ਅਸੀਂ ਸੋਧਾਂ ਕਰਨ ਲਈ ਤਿਆਰ ਹਾਂ, ਪਰ ਕਾਨੂੰਨ ਰੱਦ ਨਹੀਂ ਕਰਨੇ। ਸੋ ਮੈਂ ਤੁਹਾਨੂੰ ਦੱਸਦਾ ਕਿ ਅੱਜ ਦੀ ਕਿਸਾਨ ਦੀ ਕੇਂਦਰੀ ਆਗੂਆਂ ਦੇ ਨਾਲ ਮੀਟਿੰਗ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣੀ ਵੀ ਲਈ ਇੱਕ ਮੀਟਿੰਗ ਕਰਦੇ ਨੇ। ਉਸ ਮੀਟਿੰਗ ਦੇ ਵਿੱਚ ਅਮਿਤ ਸ਼ਾਹ ਹੋਣੀ, ਰਾਜਨਾਥ ਸਿੰਘ ਹੋਣੀ, ਨਰਿੰਦਰ ਸਿੰਘ ਤੋਮਰ ਸਮੇਤ ਹੋਰ ਕੇਂਦਰੀ ਮੰਤਰੀ ਤੇ ਭਾਜਪਾ ਦੇ ਜਿਹੜੇ ਸੀਨੀਅਰ ਪੰਜਾਬ ਦੇ ਨੇਤਾ ਨੇ, ਸੁਰਜੀਤ ਜਿਆਨੀ ਹੋਣੀ ਜਾਂ ਫਿਰ ਹੋਰ ਗਰੇਵਾਲ ਹੋਣੀ, ਉਹ ਮੌਜੂਦ ਸਨ। ਉਹ ਅੱਜ ਇਸ ਮੀਟਿੰਗ ਦੇ ਵਿੱਚ ਵੀ ਮੌਜੂਦ ਰਹੇ, ਜਿਹੜੀ ਕਿਸਾਨਾਂ ਦੀ ਕੇਂਦਰੀ ਮੰਤਰੀਆਂ ਦੇ ਨਾਲ ਹੋਈ। ਤੇ 2 ਟੁਕ ਉਹਨਾਂ ਨੇ ਗੱਲ ਆਖੀ ਹੈ, 2 ਟੁਕ ਗੱਲ ਕਿਸਾਨਾਂ ਨੇ ਆਖੀ ਹੈ ਕਿ ਅਸੀਂ ਵੀ ਆਰਡੀਨੈਂਸ ਰੱਦ ਕੀਤੇ ਬਿਨਾਂ ਵਾਪਸ ਨਹੀਂ ਜਾਣ ਵਾਲੇ। ਤੁਸੀਂ ਕੋਈ ਗੱਲ ਨਹੀਂ, ਤੁਸੀਂ ਅੜਨਾ ਹੈ ਅੜੋ, ਤੁਸੀਂ ਆਪਣਾ ਆਈਡੀਅਲ ਰਵੱਈਆ ਰੱਖਣਾ ਹੈ ਰੱਖੋ, ਪਰ ਇਹ ਯਾਦ ਰੱਖਿਓ ਕਿ ਪੰਜਾਬ ਦੀ ਧਰਤੀ ਤੋਂ ਕਿਸਾਨ ਆਏ ਹੋਏ ਨੇ, ਹਰਿਆਣੇ ਦੀ ਧਰਤੀ ਤੋਂ ਕਿਸਾਨ ਆਏ ਹੋਏ ਨੇ, ਵੱਖ-ਵੱਖ ਰਾਜਾਂ ਦੀ ਧਰਤੀ ਤੋਂ ਕਿਸਾਨ ਆਏ ਹੋਏ ਨੇ, ਤੇ ਇਹ ਕਿਸਾਨ ਜਾਂ ਤਾਂ ਜਿੱਤ ਹਾਸਲ ਕਰਕੇ ਮੁੜਨਗੇ, ਨਗਾੜੇ ਵਜਾਉਂਦੇ ਹੋਏ ਜਾਣਗੇ, ਜਾਂ ਫਿਰ ਇਹ ਕੁਰਬਾਨੀਆਂ ਦੇ ਕੇ ਇਸ ਧਰਤੀ ਤੋਂ ਜਾਣਗੇ। ਸੋ ਇਹ ਕਿਸਾਨਾਂ ਵੱਲੋਂ ਵੀ ਸਪਸ਼ਟ ਕਰ ਦਿੱਤਾ ਗਿਆ ਹੈ, ਕਿਸਾਨ ਆਗੂਆਂ ਵੱਲੋਂ ਵੀ ਸਪਸ਼ਟ ਕਰ ਦਿੱਤਾ ਗਿਆ ਹੈ। ਕੇਂਦਰ ਦੇ ਇਸ ਰਵੱਈਏ ਦੇ ਨਾਲ ਇਹ ਤਾਂ ਤੈਅ ਹੋ ਗਿਆ ਹੈ ਕਿ ਹੁਣ ਕਿਸਾਨੀ ਸੰਘਰਸ਼ ਲੰਬਾ ਚੱਲੇਗਾ। ਕੀ ਕੁਝ ਹੋਵੇਗਾ, ਭਾਰਤ ਬੰਦ ਦਾ ਐਲਾਨ ਜਿਹੜਾ ਕੀਤਾ ਗਿਆ ਹੈ ਜਾਂ ਫਿਰ ਹੋਰ ਜਿਹੜੇ ਪ੍ਰੋਗਰਾਮ ਲਿਖੇ ਜਾਣਗੇ, ਉਹਨਾਂ ਦੇ ਉੱਤੇ ਵੀ ਸਾਡੀ ਨਜ਼ਰ ਬਣੀ ਰਹੇਗੀ। ਤੁਸੀਂ ਵੀ ਇੱਦਾਂ ਹੀ ਸਾਡੇ ਨਾਲ ਬਣੇ ਰਹੋ। ਸ਼ੋਅ ਦੇ ਨਾਲ ਤੁਸੀਂ ਜੁੜੇ ਹੋਏ ਹੋ, ਕਿਸਾਨ ਆਗੂਆਂ ਦੇ ਨਾਲ आप देख रहे हो कि 9 ਦੁਆਬਾ ਕਿਸਾਨ ਯੂਨੀਅਨ ਦੇ ਉਹਨਾਂ ਦੇ ਨਾਲ ਗੱਲਬਾਤ ਹੁਣ ਤਾਂ ਸਰ ਅੱਜ ਮੀਟਿੰਗ ਸੀ ਸਰਕਾਰ ਨਾਲ, ਸਾਨੂੰ ਪੂਰੀ ਉਮੀਦ ਸੀ ਬਈ ਸਰਕਾਰ ਸਾਡੇ ਇਹ ਰੱਦ ਕਰ ਦੂਗੀ ਅੱਜ ਕਾਨੂੰਨ, ਪਰ ਸਰਕਾਰ ਨੇ ਇਹਨੂੰ ਡਿਲੇ ਕੀਤਾ। ਉਹਦਾ ਡਿਲੇ ਕਰਨੇ ਦਾ ਕਾਰਨ ਸਰਕਾਰ ਸਾਨੂੰ ਕਹਿੰਦੀ ਹੈ ਵੀ ਇਹਨੂੰ 99% ਅਸੀਂ ਸੋਧ ਕਰ ਦਿੰਦੇ ਹਾਂ, ਵੀ 1% ਅਸੀਂ ਰੱਦ ਨਹੀਂ ਕਰ ਸਕਦੇ। ਸਾਨੂੰ ਇਸ ਗੱਲ ਦੀ ਨਹੀਂ ਸਮਝ ਆਉਂਦੀ ਵੀ ਸਰਕਾਰ 1% ਵਿੱਚ ਆਪਣਾ ਕੀ ਬਚਾਅ ਕਰਨਾ ਚਾਹੁੰਦੀ ਹੈ, ਕਿਉਂ ਨਹੀਂ ਰੱਦ ਕਰਨਾ ਚਾਹੁੰਦੀ। ਜਦੋਂ ਅੱਧੀ ਰਾਤ ਨੂੰ
ਰਾਜ ਸਭਾ ਵਿੱਚ ਲੋਕ ਸਭਾ ਵਿੱਚ ਇਹ ਕਾਨੂੰਨ ਪਾਸ ਹੋ ਸਕਦੇ ਆ ਤਾਂ ਰਾਤ ਨੂੰ ਰੱਦ ਕਿਉਂ ਨਹੀਂ ਹੋ ਸਕਦੇ? ਸਾਡਾ ਸਰਕਾਰ ਨੂੰ ਸਪਸ਼ਟ ਏਜੰਡਾ ਸੀ ਵੀ ਇਹ ਕਾਨੂੰਨ ਅਸੀਂ ਰੱਦ ਕਰਾਉਣ ਆਏ ਆ ਔਰ ਕਰਾ ਕੇ ਹੀ ਜਾਵਾਂਗੇ। ਇਸੇ ਹਿਸਾਬ ਨਾਲ ਸਾਡਾ ਅੰਦੋਲਨ ਚੱਲ ਰਿਹਾ। ਅੰਦੋਲਨ ਸਾਡਾ ਸਿਖਰਾਂ ਤੇ ਆ। ਅਸੀਂ ਇੱਕ ਪੈਰ ਕਦਮ 1 ਵੀ ਇੰਚ ਪਿੱਛੇ ਨਹੀਂ ਹਟ ਸਕਦੇ। ਅਸੀਂ ਸਰਕਾਰ ਨੂੰ ਅੱਜ ਤਾਕਤੀਆਂ ਵੀ ਦਿਖਾਈਆਂ ਸੀ, ਯੈਸ ਔਰ ਨੋ, ਵੀ ਜਾਂ ਹਾਂ ਕਰੋ ਜਾਂ ਨਾ ਕਰੋ। ਅੱਛਾ, ਜਿਹੜੀਆਂ ਉਹ ਤਲਕੀਆਂ ਦਿਖਾਈਆਂ ਗਈਆਂ ਉਹਦੇ ਪਿੱਛੇ ਕੀ ਕਾਰਨ ਸੀ? ਜੈਸ ਤੇ ਨੋ ਸਾਰਿਆਂ ਨੇ ਪ੍ਰੋਟੈਸਟ ਤੁਹਾਡੇ ਤੋਂ ਕੀਤੇ ਨੇ, ਥੋੜਾ ਉੱਚੀ ਬੋਲ ਕੇ ਕਿਸੇ ਨੇ ਸਾਇਲੈਂਟ ਪ੍ਰੋਟੈਸਟ ਇੱਕ ਨਵੇਕਲਾ ਪ੍ਰੋਟੈਸਟ ਇੱਥੇ ਰਿਹਾ ਕੀਤਾ ਗਿਆ। ਉਹਦੇ ਪਿੱਛੇ ਵਜ੍ਹਾ ਕੀ ਸੀ ਤੇ ਉਹਦਾ ਅਸਰ ਕੀ ਹੋਇਆ ਸੀ? ਉਹਦੇ ਦੀ ਵਜ੍ਹਾ ਸਰ ਇਹ ਸੀ ਵੀ ਜਦੋਂ ਸਾਡੇ ਕਿਸਾਨ ਆਗੂ ਬੋਲਦੇ ਸੀ, ਉਹਦਾ ਜਵਾਬ ਮੰਗਦੇ ਸੀ ਤਾਂ ਸਰਕਾਰ ਚੁੱਪ ਕਰ ਜਾਂਦੀ ਸੀ, ਕਿਸਾਨਾਂ ਨਾਲ ਗੱਲ ਨਹੀਂ ਕਰਦੀ ਸੀ। ਪਤਾ ਨਹੀਂ ਸਰਕਾਰ ਦੇ ਮਨ ਵਿੱਚ ਕੀ ਹੈ। ਸਰਕਾਰ ਪੂਰੀ ਡਰੀ ਹੋਈ ਆ, ਪ੍ਰੈਸ਼ਰ ਥੱਲੇ ਆ। ਸਰਕਾਰ ਜਿਹੜੇ ਖੇਤੀਬਾੜੀ ਮੰਤਰੀ ਤੋਮਰ ਜੀ ਜਾਂ ਪੀਸ਼ ਗੋਇਲ ਜੀ ਜਾਂ ਹੋਰ ਮੰਤਰੀ ਇਹਨਾਂ ਦੇ ਵੱਡੇ ਅਧਿਕਾਰੀ ਵਿੱਚ ਬੈਠੇ ਸੀ, ਉਹ ਕਦੇ ਬਾਹਰ ਜਾ ਕੇ ਮੀਟਿੰਗ ਕਰਦੇ ਸੀ, ਕਦੇ ਉਹ ਆਪਣੇ ਆਕਾ ਜੋ ਮੋਦੀ ਜੀ ਅਮਿਤ ਸ਼ਾਹ ਉਹਨਾਂ ਨਾਲ ਡਿਸਕਸ ਕਰਦੇ ਸੀ। ਕਿਉਂਕਿ ਸਵੇਰੇ ਮੋਦੀ ਜੀ ਅਮਿਤ ਸ਼ਾਹ ਔਰ ਗ੍ਰਹਿ ਮੰਤਰੀ ਰਾਜਨਾਥ ਸਿੰਘ ਇਹਨਾਂ ਦੇ ਵੱਡੇ ਲੀਡਰਾਂ ਨਾਲ ਵੱਡੀ ਲੀਡਰਸ਼ਿਪ ਨਾਲ ਮੀਟਿੰਗ ਹੋਈ ਆ। ਅੱਜ ਦੀ ਮੀਟਿੰਗ ਬਾਰੇ ਸਾਡੀ ਕਿਸਾਨ ਜਥੇਬੰਦੀਆਂ, ਪਰ ਫਿਰ ਵੀ ਕੋਈ ਨਿਰਣਾ ਸਿੱਧ ਨਹੀਂ ਹੋ ਸਕਿਆ। ਕੋਈ ਮਤਲਬ ਕਿਸੇ ਫੈਸਲੇ ਤੇ ਸਰਕਾਰ ਆਈ ਨਹੀਂ। ਹੁਣ ਸਰਕਾਰ ਕਦੋਂ ਆਉਂਦੀ ਆ? ਸਰਕਾਰ ਨੇ ਸਾਡੇ ਸਾਹਮਣੇ 9 ਤਰੀਕ ਦਾ ਪ੍ਰਸਤਾਵ ਰੱਖਿਆ। ਅਸੀਂ ਅਜੇ ਆਪਣੀਆਂ ਜਥੇਬੰਦੀਆਂ ਦੀ ਮੀਟਿੰਗ ਕਰਾਂਗੇ ਕਿ 9 ਤਰੀਕ ਨੂੰ ਜਾਣਾ ਕਿ ਨਹੀਂ ਜਾਣਾ। ਅੱਛਾ, ਇਹ ਪੱਕਾ ਨਹੀਂ ਕਿ ਤੁਸੀਂ ਜਾ ਰਹੇ ਹੋ 9 ਤਰੀਕ ਦੀ ਮੀਟਿੰਗ ਦੇ ਵਿੱਚ? ਤੈਅ ਹੋਊਗਾ ਮੀਟਿੰਗ ਪਹਿਲਾਂ ਬਿਲਕੁਲ ਪਹਿਲਾਂ ਸਾਡੀ ਪੰਜਾਬ ਜਥੇਬੰਦੀਆਂ ਦੀ ਮੀਟਿੰਗ ਹੋਊਗੀ, ਫਿਰ ਦੇਸ਼ ਦੀਆਂ ਜਥੇਬੰਦੀਆਂ ਨਾਲ ਮੀਟਿੰਗ ਹੋਊਗੀ। ਫਿਰ ਕਿਉਂਕਿ ਸਾਡਾ 8 ਤਰੀਕ ਨੂੰ ਭਾਰਤ ਬੰਦ ਦਾ ਸੱਦਾ, ਅਸੀਂ ਉਹਨੂੰ ਸਫਲ ਬਣਾਉਣ ਲਈ ਪਹਿਲਾਂ ਉਹ ਆਪਣਾ ਸਫਲ ਬਣਾਵਾਂਗੇ, ਫਿਰ ਮੀਟਿੰਗ ਬਾਰੇ ਸੋਚਾਂਗੇ, ਫਿਰ ਮੀਟਿੰਗ ਕਰਾਂਗੇ। ਅਸੀਂ ਕਿਸਾਨ ਸਰਕਾਰ ਨਾਲ ਕਰਾਂਗੇ ਮੀਟਿੰਗ, ਪਰ ਲੇਕਿਨ ਜੋ ਸਰਕਾਰ ਇਹਨੂੰ ਡਿਲੇ ਕਰਨ ਦਾ ਇੱਕੋ ਹੀ ਕਾਰਨ ਅਸੀਂ ਤਾਂ ਸਮਝ ਸਕਦੇ ਹਾਂ ਕਿ ਸਰਕਾਰ ਚਾਹੁੰਦੀ ਆ ਵੀ ਜਿੰਨਾ ਡਿਲੇ ਹੋਵੇਗਾ ਇਹ ਹੋ ਸਕਦਾ ਕਿਸਾਨਾਂ ਦਾ ਮਨ ਬਦਲ ਜਾਵੇ, ਜਥੇਬੰਦੀਆਂ ਦਾ ਮਨ ਬਦਲ ਜਾਵੇ। ਪਰ ਸਾਡਾ ਜਿਹੜੇ ਹੌਸਲੇ ਬੁਲੰਦ ਵਾ। ਇੱਕ ਸਰਕਾਰ ਨੇ ਸਾਡੇ ਅੱਜ ਹੋਰ ਅਪੀਲ ਕੀਤੀ, ਸਰਕਾਰ ਨੇ ਸਾਡੀ ਜਥੇਬੰਦੀਆਂ ਅੱਗੇ ਭਈ ਤੁਸੀਂ ਬਜ਼ੁਰਗ ਔਰਤਾਂ ਤੇ ਬੀਬੀਆਂ, ਬੱਚੇ ਔਰ ਜੋ ਬਜ਼ੁਰਗ ਇਨਸਾਨ ਆ ਉਹਨਾਂ ਨੂੰ ਤੁਸੀਂ ਪੰਜਾਬ ਜਾਂ ਕਿਤੇ ਵੀ ਵਾਪਸ ਭੇਜ ਦਿਓ। ਪਰ ਅਸੀਂ ਉਹਨਾਂ ਨੂੰ ਸਰਕਾਰ ਨੂੰ ਇਹ ਦੱਸ ਦਿੱਤਾ ਵੀ ਸਾਡੇ ਜਿਹੜੇ ਬੱਚੇ ਆ ਜਾਂ ਬੀਬੀਆਂ ਉਹ ਇੰਨੇ ਨਾਜ਼ੁਕ ਨਹੀਂ, ਉਹਨਾਂ ਦਾ ਖੂਨ ਇੰਨਾ ਗਰਮ ਆ ਕਿ ਅਸੀਂ ਬਿਨਾਂ ਕੰਬਲ ਰਜਾਈਆਂ ਤੋਂ ਵੀ ਸੜਕਾਂ 'ਤੇ ਰਹਿ ਸਕਦੇ ਆ। ਕਿਉਂਕਿ ਜੋ ਇਹ ਸਰਦੀ ਆ ਇਹ ਸਾਨੂੰ ਨਹੀਂ ਮਾਰ ਸਕਦੀ। ਅੱਛਾ, ਕੋਈ ਮਜਬੂਰੀ ਤਾਂ ਨਹੀਂ ਸਰਕਾਰ ਕਿ ਸਰਕਾਰ ਕੋਈ ਸਖਤ ਐਕਸ਼ਨ ਵਰਤਣ ਦੇ ਵਿੱਚ ਹੋਵੇ, ਪਰ ਇਹਨਾਂ ਦੇ ਕਰਕੇ ਰੁਕੀ ਹੋਵੇ ਕੁਛ ਇਦਾਂ ਦੇ ਪਲਾਨ ਤਾਂ ਨਹੀਂ ਚੱਲ ਰਹੇ ਸਰਕਾਰ ਦੇ ਦਿਮਾਗ 'ਚ? ਦੇਖੋ, ਇਹ ਤਾਂ ਸਰਕਾਰ ਦੱਸ ਸਕਦੀ ਆ ਵੀ ਉਹਨਾਂ ਦੇ ਮਨ 'ਚ ਕੀ ਪਲਾਨ ਆ। ਅਸੀਂ ਤਾਂ ਉਹਨਾਂ ਨੂੰ ਕਿਹਾ ਵੀ ਜਾਂ ਤਾਂ ਕਾਨੂੰਨ ਰੱਦ ਕਰ ਦਿਓ, ਨਹੀਂ ਸਾਡੇ ਗੋਲੀ ਮਾਰ ਦਿਓ। ਹੋਰ ਇਸ ਤੋਂ ਪਰੇ ਅਸੀਂ ਕੀ ਕਰ ਸਕਦੇ? ਅਸੀਂ ਕੀ ਕਹਿ ਸਕਦੇ ਹਾਂ ਸਰਕਾਰ ਨੂੰ? ਇਹ ਤਾਂ ਹੁਣ ਸਰਕਾਰ ਨੇ ਸੋਚਣਾ ਵੀ ਇਹ ਕਾਨੂੰਨ ਰੱਦ ਕਰਨੇ ਆ ਕਿ ਲੋਕਾਂ ਦੇ ਡਾਂਗਾ ਭਰਾਣੀਆਂ ਜਾਂ ਉਹਨਾਂ ਨੂੰ ਗੋਲੀ ਮਾਰਨੀ ਹੈ। ਕਿਉਂਕਿ ਸਰਕਾਰ 125 ਕਰੋੜ 30 ਕਰੋੜ ਦੀ ਜਨਤਾ ਦੀ ਨਹੀਂ ਆਵਾਜ਼ ਸੁਣ ਰਹੀ। ਉਹ ਦੋ ਘਰਾਣੇ ਜਿਹੜੇ ਜਿਨ੍ਹਾਂ ਦੇ ਕੌਲੀ ਚਾਟੇ ਬਣੇ ਆ, ਮੋਦੀ ਔਰ ਅਮਿਤ ਸ਼ਾਹ, ਅੰਬਾਨੀ ਤੇ ਅੰਡਾਨੀਆਂ ਦੇ, ਉਹਨਾਂ ਦੇ ਘਰ ਭਰਨ ਦੀ ਖਾਤਰ ਇਹ ਆਪਣੀ ਕਿਰਕਰੀ ਕਰਾ ਰਹੇ ਆ। ਅਸੀਂ ਉਹਨਾਂ ਨੂੰ ਵਾਰ-ਵਾਰ ਬੇਨਤੀ ਵੀ ਕੀਤੀ, ਚੇਤਾਵਨੀ ਵੀ ਦਿੱਤੀ ਕਿ ਤੁਸੀਂ ਦੇਸ਼ ਦੀ ਜਨਤਾ ਦਾ ਸੁਣੋ। ਇਹ ਦੇਸ਼ ਦਾ ਜਨ ਅੰਦੋਲਨ ਬਣ ਚੁੱਕਿਆ ਆ ਔਰ ਇਹਦਾ ਪ੍ਰਭਾਵ ਆਲ ਵਰਲਡ 'ਚ ਜਾ ਚੁੱਕਾ ਆ। ਇਹ ਕੋਈ ਇੰਡੀਆ ਲੈਵਲ ਦਾ ਨਹੀਂ ਰਿਹਾ। ਇਹ ਬਾਹਰ ਦੇਖੋ ਤੁਸੀਂ, ਟਰੂਡੋ ਦਾ ਵੀ ਬਿਆਨ ਆਇਆ, ਆਸਟ੍ਰੇਲੀਆ 'ਚ ਧਰਨੇ ਮੁਜ਼ਾਹਰੇ ਹੋ ਰਹੇ ਆ, ਵੱਖ-ਵੱਖ ਦੇਸ਼ਾਂ 'ਚ ਹੋ ਰਹੇ, ਜਿੱਥੇ ਇੰਡੀਅਨ ਭਾਈਚਾਰਾ ਜਾਂ ਪੰਜਾਬੀ ਭਾਈਚਾਰਾ ਉੱਥੇ ਬੈਠਾ। ਕਿਉਂਕਿ ਇਹਦੇ ਵਿੱਚ ਪੂਰੇ ਭਾਰਤ ਦਾ ਹਿੱਤ ਜੁੜਿਆ ਹੋਆ। ਜੇ ਕਾਨੂੰਨ ਰੱਦ ਨਹੀਂ ਹੁੰਦੇ ਤਾਂ ਇਹ ਬਹੁਤ ਖਤਰਨਾਕ ਸਾਬਤ ਹੋਣਗੇ। ਪਰ ਸਾਨੂੰ ਸਮਝ ਨਹੀਂ ਆਉਂਦੀ ਵੀ ਸਰਕਾਰ ਇਹਨੂੰ ਕਿਉਂ ਲੇਟ ਕਰ ਰਹੀ ਹੈ। ਜਿਹੜੇ ਬਾਹਰ ਬੈਠੇ ਨੇ ਪਾਕਿਸਤਾਨ ਲੋਕ, ਜਿਵੇਂ ਮੈਂ ਦੇਖਿਆ ਕਿ ਅਮਰੀਕਾ ਦੇ ਵਿੱਚ ਰਾਤ ਪੈ ਜਾਂਦੀ ਹੈ, ਸਵੇਰ ਹੋਣ ਵਾਲੀ ਹੋ ਜਾਂਦੀ ਹੈ, ਜਦੋਂ ਤੁਹਾਡੀ ਮੀਟਿੰਗ ਚੱਲਦੀ ਹੁੰਦੀ ਹੈ, ਲੋਕ ਬੜੀ ਬੇਸਬਰੀ ਦੇ ਨਾਲ ਉਡੀਕ ਰਹੇ ਹੁੰਦੇ ਨੇ ਕੀ ਫੈਸਲੇ ਹੁੰਦੇ ਨੇ, ਕੀ ਕੁਛ ਚੱਲ ਰਿਹਾ। ਲਗਾਤਾਰ ਮੀਡੀਆ ਚੈਨਲਸ ਦੇ ਨਾਲ ਐਨਆਰਆਈ ਨੇ ਹੁਣ ਤੱਕ ਕਿਵੇਂ ਦਾ ਸਹਿਯੋਗ ਤੁਹਾਨੂੰ ਦਿੱਤਾ ਹੈ ਜਾਂ ਫਿਰ ਹੁਣ
ਤੱਕ ਜਿਹੜਾ ਸਹਿਯੋਗ ਪਹਿਲਾਂ ਵੀ ਮਿਲ ਰਿਹਾ ਸੀ, ਹੁਣ ਤੱਕ ਕਿਵੇਂ ਦਾ ਸਹਿਯੋਗ ਮਿਲ ਰਿਹਾ? NRI ਵੀਰਾਂ ਦਾ ਸਾਨੂੰ ਬਹੁਤ ਸਹਿਯੋਗ ਮਿਲ ਰਿਹਾ, ਕਿਉਂਕਿ ਉਹ ਭਰਾ ਸਾਡੇ ਤਾਂ ਇੱਥੇ ਤੱਕ ਤਿਆਰ ਵਾ ਕਿ ਜੇ ਅੰਦੋਲਨ ਨਹੀਂ ਇਹ ਰੁਕਦਾ ਜਾਂ ਬੰਦ ਹੁੰਦਾ, ਉਹ ਟਿਕਟਾਂ ਉਹਨੇ ਕਰਾ ਲਈਆਂ। ਜਿੰਨਾ ਸਾਡਾ ਪੰਜਾਬ ਦਾ ਤਕਰੀਬਨ ਅੱਧਾ ਪੰਜਾਬੀ 50% ਪੰਜਾਬੀ ਸਾਡਾ ਵਿਦੇਸ਼ਾਂ ਵਿੱਚ ਬੈਠਾ, ਉਹਨੇ ਟਿਕਟਾਂ ਕਰਾ ਲਈਆਂ। ਇੱਥੇ ਸੜਕਾਂ ਤੇ ਤਾਂ ਪੰਜਾਬ ਦੇ, ਹਰਿਆਣੇ ਦੇ ਔਰ ਦੇਸ਼ ਦੇ ਨਹੀਂ ਲੋਕ ਸਾਹਬ ਆਉਂਦੇ। ਜਿੱਦਣ NRI ਵੀਰ ਆ ਗਏ ਤੇ ਇੱਥੇ ਜਗ੍ਹਾ ਨਹੀਂ ਮਿਲਣੀ ਸੜਕਾਂ ਤੇ। ਉਹਨਾਂ ਦਾ ਸਾਨੂੰ ਹਰ ਪੱਖੋਂ, ਪੈਸੇ ਪੱਖੋਂ ਵੀ ਤੇ ਹੋਰ ਸਾਨੂੰ ਸਹਿਯੋਗ। ਉਹ ਵੀਰ ਸਾਡੇ ਦਾ ਇੱਥੇ ਤੱਕ ਤਿਆਰ ਆ ਵੀ ਟਿਕਟਾਂ ਕਰਾ ਕੇ ਤਿਆਰੀ ਕਰੇ ਬੈਠੇ, ਟੈਚੀਆਂ 'ਚ ਕੱਪੜੇ ਪਾਈ ਬੈਠੇ ਆ ਵੀ ਉਹ ਆਉਣ ਨੂੰ ਤਿਆਰ ਆ ਇਹਨਾਂ ਧਰਨੇ 'ਚ ਸ਼ਾਮਲ ਹੋਣ ਨੂੰ। ਪਰ ਅਸੀਂ ਹਜੇ ਉਹਨਾਂ ਨੂੰ ਰੋਕਿਓ ਆ ਵੀ ਅਸੀਂ ਇਹ ਰੱਦ ਕਰਾ ਲੈਣੇ ਆ, ਤੁਹਾਨੂੰ ਜ਼ਰੂਰਤ ਹੋਊਗੀ ਅਸੀਂ ਤਾਂ ਦੱਸਾਂਗੇ। ਪਰ ਉਹ ਬਹੁਤ ਕਾਲੇ ਨੇ, ਕਈ ਵੀਰ ਸਾਡੇ ਆ ਵੀ ਰਹੇ ਨੇ, ਉਹ ਆ ਚੁੱਕੇ ਆ ਤੇ ਲੇਕਿਨ ਅਸੀਂ ਇੱਕ ਵੀ ਇੰਚ ਪਿੱਛੇ ਨਹੀਂ ਹਟਾਂਗੇ। ਸਾਡੀ ਜਥੇਬੰਦੀਆਂ ਦੀ, ਕਿਸਾਨਾਂ ਦੀ, ਨੌਜਵਾਨਾਂ ਦੀ, ਯੂਥ ਦੀ, ਸਾਰਿਆਂ ਦੀ ਇਹ ਮੰਗ ਵਾ। ਇਹ ਸਰਕਾਰ ਨੂੰ ਕਾਨੂੰਨ ਰੱਦ ਕਰਾਣੇ ਪੈਣੇ ਆ, ਚਾਹੇ ਹੁਣ ਕਰ ਲੈਣ, ਚਾਹੇ 10 ਦਿਨਾਂ ਨੂੰ ਕਰ ਲੈਣ, ਮਹੀਨੇ ਨੂੰ ਕਰ ਲੈਣ। ਇਹ ਤੋਂ ਅਸੀਂ ਪਿੱਛੇ ਨਹੀਂ ਹਟੇ, ਕਿਉਂਕਿ ਸਾਡੇ ਕੋਲ ਟਰਾਲੀਆਂ ਵਿੱਚ ਸਾਲ ਦਾ ਰਾਸ਼ਨ ਪਿਆ। ਅਸੀਂ ਤਾਂ ਇਹ ਵੀ ਕੋਈ ਸਾਡਾ ਦੇਸਾ ਹੋਵੇ, ਗੁਰਪੁਰਬ ਹੋਵੇ, ਕੋਈ ਮੇਲਾ ਹੋਵੇ, ਇੱਥੇ ਹੀ ਮਨਾਵਾਂਗੇ। ਸਰਕਾਰ ਤੋਂ ਇਹ ਕਾਨੂੰਨ ਰੱਦ ਕਰਾ ਕੇ ਹੀ ਰਹਾਂਗੇ। ਸੋ ਬਿਲਕੁਲ ਕੁਲਦੀਪ ਸਿੰਘ ਦੁਆਬਾ ਕਿਸਾਨ ਯੂਨੀਅਨ ਦੇ ਨਾਲ ਸੰਬੰਧ ਰੱਖਦੇ ਨੇ ਤੇ ਇਸ ਵੇਲੇ ਪੂਰੇ ਭਾਰਤ ਦੀਆਂ ਕਿਸਾਨ ਯੂਨੀਅਨਾਂ ਇੱਕ ਦੇ ਨਾਲ ਸਰਕਾਰ ਨੂੰ ਦਿਖਾ ਰਹੀਆਂ ਨੇ ਕਿ ਸੰਘਰਸ਼ ਦੇ ਵਿੱਚ ਅਸੀਂ ਕਿਸ ਤਰੀਕੇ ਦੇ ਨਾਲ ਲੜ ਰਹੇ ਹਾਂ। ਇਹ ਵੀ ਇੱਕ ਵੱਡੀ ਗੱਲ ਜਿਹੜੀ ਸਾਹਮਣੇ ਆਈ ਹੈ ਕਿ ਕੇਂਦਰ ਸਰਕਾਰ ਇਹ ਜਿਹੜਾ ਇੱਕ ਤਰੀਕੇ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਕਿ ਸੰਘਰਸ਼ ਇਕੱਲੇ ਪੰਜਾਬੀਆਂ ਦਾ ਹੈ ਜਾਂ ਫਿਰ ਥੋੜ੍ਹਾ ਬਹੁਤਾ ਹਰਿਆਣੇ ਵਾਲਿਆਂ ਦਾ। ਕੱਲ੍ਹ ਪ੍ਰੈਸ ਕਾਨਫਰੰਸ ਜਿਸ ਤਰੀਕੇ ਦੇ ਨਾਲ ਪੂਰੇ ਭਾਰਤ ਤੋਂ ਕਿਸਾਨ ਆਗੂ ਪਹੁੰਚੇ ਅੱਜ ਦੀ ਇਸ ਮੀਟਿੰਗ ਦੇ ਵਿੱਚ। ਸੋ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪੂਰੇ ਭਾਰਤ ਦੇ ਲੋਕ ਕਿਸਾਨ ਜਿਹੜੇ ਨੇ ਇਸ ਕਾਨੂੰਨ ਤੋਂ ਪਰੇਸ਼ਾਨ ਨੇ। ਇਸ ਚੀਜ਼ ਦਾ ਕੋਈ ਅਸਰ ਪਹਿਲਾਂ ਦਿਖਾਈ ਦੇ ਰਿਹਾ ਸਰਕਾਰ ਦੇ? ਸਰਕਾਰ ਤੇ ਬਿਲਕੁਲ ਅਸਰ ਹੋਇਆ ਜੀ। ਜਿਹੜੇ ਉਹ ਅੱਜ 99% ਨੂੰ ਹੋ ਗਏ ਵੀ ਅਸੀਂ 99% ਸੋਧ ਕਰ ਦਿੰਦੇ, 1% ਤੁਸੀਂ ਰਹਿਣ ਦਿਓ ਰੱਦ ਕਰਨ ਨੂੰ, ਤਾਂ ਇਹਦੇ ਵਿੱਚ ਕਾਰਨ ਇਹ ਸਰਕਾਰ ਨੂੰ ਪਤਾ ਲੱਗ ਚੁੱਕਾ ਵੀ ਪੂਰਾ ਦੇਸ਼ ਇਕੱਠਾ ਹੋ ਚੁੱਕਾ, ਵਰਲਡ ਇਹਨਾਂ ਦਾ ਸਹਿਯੋਗ ਕਰ ਰਿਹਾ। ਇਹ ਤੋਂ ਪਰੇ ਹੋਰ ਸਰਕਾਰ ਕਿੰਨਾ ਕੁ ਦਬਾਅ ਸਰਕਾਰ ਨੂੰ ਸਪਸ਼ਟ ਦਿੰਦਾ ਤੇ ਹੁਣ ਸਾਡੇ ਪੈਰ ਨਹੀਂ ਲੱਗ ਰਹੇ। ਸਰਕਾਰ ਆਪਣੀ ਸ਼ਾਖ ਬਚਾਉਣ ਦੀ ਖਾਤਰ ਇਹ ਸਭ ਕੁਝ ਕਰ ਰਹੀ ਹੈ। ਸੋ ਬਿਲਕੁਲ ਸਰਕਾਰ ਆਪਣੀ ਸ਼ਾਖ ਬਚਾਉਣ ਦੇ ਲਈ ਸਭ ਕੁਝ ਕਰ ਰਹੀ ਹੈ। ਕਿਸਾਨ ਆਗੂਆਂ ਦੇ ਨਾਲ ਅਸੀਂ ਲਗਾਤਾਰ ਗੱਲਬਾਤ ਕਰ ਰਹੇ ਹਾਂ। ਮੈਂ ਕਹਾਂਗਾ ਕਿ ਦਿਖਾਇਆ ਜਾਵੇ ਕਿ ਇਸ ਬੱਸ ਦੇ ਵਿੱਚ ਬੈਠ ਕੇ ਹੁਣ ਕਿਸੇ ਉਤਸ਼ਾਹ ਦੇ ਨਾਲ ਇੱਕ ਵਾਰ ਫਿਰ ਮੋਰਚੇ ਵਾਲੀ ਜਗ੍ਹਾ ਦੇ ਉੱਤੇ ਕਿਸਾਨ ਆਗੂ ਜਿਹੜੇ ਨੇ ਜਾ ਰਹੇ ਨੇ। ਅਸੀਂ ਉਸ ਬੱਸ ਦੇ ਵਿੱਚ ਸਵਾਰ ਹਾਂ। ਜਿਹੜੀਆਂ ਬੱਸਾਂ ਦੇ ਰਾਹੀਂ ਕਿਸਾਨ ਆਗੂ ਇਸ ਜਗ੍ਹਾ ਦੇ ਉੱਤੇ ਪਹੁੰਚੇ ਸਨ, ਮੀਟਿੰਗ ਦੇ ਲਈ ਪਹੁੰਚੇ ਸਨ ਤੇ ਹੁਣ ਇੱਥੋਂ ਵਾਪਸ ਜਾ ਰਹੇ ਨੇ। ਸੋ 9 ਤਰੀਕ ਨੂੰ ਮੀਟਿੰਗ ਦੇ ਨਵੀਂ ਤਾਰੀਖ ਰੱਖੀ ਗਈ ਹੈ। ਹਾਲਾਂਕਿ ਫੈਸਲਾ ਹੋ ਰਿਹਾ ਹੈ ਕਿ ਜਾਣਾ ਹੈ ਕਿ ਨਹੀਂ ਜਾਣਾ। ਦੇ ਸ਼ੋਅ ਦੇ ਵਿੱਚ ਅਸੀਂ ਕੁਝ ਹੋਰ ਕਿਸਾਨ ਆਗੂਆਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਧੰਨਵਾਦ ਸਾਹਿਬ। ਸੋ ਦੋਸਤੋ, ਤੁਸੀਂ ਵੇਖਿਆ, ਤੁਸੀਂ ਸੁਣਿਆ ਕਿ ਕਿਸਾਨ ਆਗੂ ਵਿਗਿਆਨ ਭਵਨ ਦੇ ਵਿੱਚੋਂ ਬਾਹਰ ਨਿਕਲ ਕੇ ਕੀ ਮਹਿਸੂਸ ਕਰ ਰਹੇ ਸੀ। ਉਹਦੇ ਤੋਂ ਬਾਅਦ ਜਦੋਂ ਉਹ ਬੱਸ ਵਿੱਚ ਬੈਠ ਕੇ ਆਪਣੀ ਮੋਰਚੇ ਵਾਲੀ ਥਾਂ 'ਤੇ ਨੂੰ ਜਾ ਰਹੇ ਸੀ, ਉਸ ਵਕਤ ਉਹਨਾਂ ਦੇ ਦਿਲ ਦੇ ਵਲਵਲੇ ਕੀ ਸੀ ਤੇ ਆਗਾਮੀ ਪ੍ਰੋਗਰਾਮ ਉਹਨਾਂ ਨੇ ਕੀ ਉਲੀਕਣੇ ਨੇ। ਤੇ ਇਹਦੇ ਨਾਲ ਇੱਕ ਗੱਲ ਮੈਂ ਜ਼ਰੂਰ ਦੱਸਣੀ ਚਾਹੁੰਦਾ ਕਿ ਅਸਲ ਦੇ ਵਿੱਚ ਸਰਕਾਰ ਨੇ ਬਹੁਤ ਤਰੀਕੇ ਨਾਲ ਸੋਚ ਕੇ ਸਮਝ ਕੇ ਇਹ ਕਾਨੂੰਨ, ਇਹ ਆਰਡੀਨੈਂਸ ਲਿਆਂਦੇ। ਉਹਦੇ ਤੋਂ ਬਾਅਦ ਲਗਾਤਾਰ ਹੁਣ ਇਸ ਜਿਹੜਾ ਰੈਲੀ ਹੋਈ, ਧਰਨੇ ਹੋਏ, ਟੋਲ ਪਲਾਜ਼ੇ ਘੇਰੇ, ਰਿਲਾਇੰਸ ਤੇ ਗੈਸ ਸਟੇਸ਼ਨ ਘੇਰੇ, ਪੰਪ ਘੇਰੇ। ਸੋ ਸਾਰੀਆਂ ਥਾਵਾਂ ਦੇ ਉੱਤੇ ਕਾਫਲਾ ਹੌਲੀ ਲਗਾਤਾਰ ਵਧਦਾ ਚਲਿਆ ਗਿਆ। ਅੱਜ ਖਬਰ ਮਿਲ ਰਹੀ ਹੈ ਕਿ ਦਿਲਜੀਤ ਦੋਸਾਂਝ ਵੀ ਆ ਕੇ ਉੱਥੇ ਕਿਸਾਨਾਂ ਨੂੰ ਹੌਸਲਾ ਅਫਜ਼ਾਈ ਕਰਨ ਦੇ ਵਾਸਤੇ ਆਏ। ਧਰਮਿੰਦਰ ਜਿਹੜੇ ਬੀਤੇ ਕਈ ਦਿਨਾਂ ਤੋਂ ਲਗਾਤਾਰ ਸਾਈਲੈਂਟ ਮੋਡ ਤੇ ਸੀ, ਉਹਨਾਂ ਨੇ ਵੀ ਟਵੀਟ ਕਰਕੇ ਆਖਿਆ ਕਿ ਹੁਣ ਕਿਸਾਨਾਂ ਨੂੰ ਇਨਸਾਫ ਮਿਲਣਾ ਚਾਹੀਦਾ। ਮੈਂ ਸਰਕਾਰ ਨੂੰ ਅਪੀਲ ਕਰਦਾ, ਭਾਵੇਂ ਕੋਈ ਹੱਕ 'ਚ ਖੜਦਾ, ਭਾਵੇਂ ਕੋਈ ਨਹੀਂ ਖੜਦਾ, ਪਰ ਕਿਸਾਨਾਂ ਨੂੰ ਆਪਣੇ ਹੱਕ ਲੈਣੇ ਆਉਂਦੇ ਆ। ਕਿਸਾਨ ਹੱਕ ਖੋਹਣ ਨਹੀਂ ਗਏ, ਆਪਣੇ ਹੱਕ ਲੈਣ ਵਾਸਤੇ ਦਿੱਲੀ ਦੇ ਸਿੰਘੂ ਬਾਰਡਰ ਤੇ ਬੈਠੇ ਹੈ। ਪਰ ਕਿਸਾਨ ਹੱਕਾਂ ਵਾਸਤੇ ਲੜ ਰਹੇ ਹੈ ਅਤੇ ਦੂਸਰੇ ਪਾਸੇ ਸਰਕਾਰ ਲਗਾਤਾਰ ਉਹਨਾਂ ਨਾਲ ਧੱਕੇ ਕਰ ਰਹੀ ਹੈ। ਪਰ ਕਿਸਾਨ, ਮੈਨੂੰ ਲੱਗਦਾ ਕਿ ਓਨੀ ਦੇਰ ਤੱਕ ਆਰ ਤੇ ਪਾਰ ਦੀ ਲੜਾਈ ਲੜਦੇ ਰਹਿਣਗੇ ਜਿੰਨੀ ਦੇਰ ਤੱਕ ਉਹ ਕਹਿੰਦੇ ਸਾਨੂੰ ਸਾਡੇ ਹੱਕ ਮਿਲ ਨਹੀਂ ਜਾਂਦੇ। ਇਸ ਕਰਕੇ ਭਾਵੇਂ ਸਰਕਾਰ ਵਾਰ-ਵਾਰ ਇਹ ਅਪੀਲ ਕਰ ਰਹੀ ਹੈ ਕਿ ਅੰਦੋਲਨ ਵਾਪਸ ਲੈ ਲਓ,
ਇਹ ਅਪੀਲ ਕਰ ਰਹੀ ਹੈ ਕਿ ਧੀਆਂ ਧਿਆਣੀਆਂ ਔਰਤਾਂ ਘਰਾਂ ਨੂੰ ਪਰਤ ਜਾਣ। ਭਾਵੇਂ ਕਿਸੇ ਦੇ ਰਾਹੀਂ ਵਿੰਗੇ ਟੇਢੇ ਢੰਗ ਨਾਲ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰਵਾਈ ਗਈ ਹੈ ਕਿ ਆਖਰਕਾਰ ਇਹ ਆਖ ਦਿੱਤਾ ਜਾਵੇ ਕਿ ਕੋਵਿਡ ਵੱਧ ਸਕਦਾ ਹੈ। ਦੂਸਰੇ ਪਾਸੇ ਜਿਹੜੀਆਂ ਐਮਰਜੈਂਸੀ ਵਹੀਕਲ ਨੇ, ਐਂਬੂਲੈਂਸ ਨੇ, ਲੋਕਾਂ ਦਾ ਜਨ ਜੀਵਨ ਉਹ ਪ੍ਰਭਾਵਿਤ ਹੋ ਰਿਹਾ ਹੈ, ਕਿਉਂਕਿ ਅਦਾਲਤਾਂ ਇਸ ਤਰ੍ਹਾਂ ਦੇ ਹੁਕਮ ਦੇ ਸਕਦੀਆਂ ਨੇ ਕਿ ਜੇਕਰ ਲੋਕਾਂ ਦੇ ਜਨ ਜੀਵਨ ਦੇ ਵਿੱਚ ਵਿਘਨ ਪੈਂਦਾ ਤਾਂ ਉਹਨਾਂ ਨੂੰ ਕਿਸੇ ਨਿਰਧਾਰਤ ਥਾਂ 'ਤੇ ਰੋਸ ਰੈਲੀ ਜਾਂ ਪ੍ਰਦਰਸ਼ਨ ਕਰਨ ਦੀ ਆਗਿਆ ਦਿੱਤੀ ਜਾਵੇ। ਪਰ ਮੈਂ ਇੱਥੇ ਸਾਫ਼ ਕਰ ਦੇਣੀ ਚਾਹੁੰਦਾ ਗੱਲ, ਕਿਸਾਨ ਆਗੂਆਂ ਨੇ ਇੱਕ ਨਹੀਂ ਦੋ ਨਹੀਂ ਸਗੋਂ ਕਈ ਵਾਰ ਕਦੇ ਰਾਮਲੀਲਾ ਮੈਦਾਨ ਤੇ ਕਦੇ ਜੰਤਰ ਮੰਤਰ ਦੀ ਮੰਗ ਕੀਤੀ ਸੀ। ਕਿਸਾਨ ਆਗੂਆਂ ਨੇ ਨਹੀਂ ਸੀ ਕਿਹਾ ਕਿ ਅਸੀਂ ਸਿੰਘੂ ਬਾਰਡਰ ਤੇ, ਟਿਕਰੀ ਬਾਰਡਰ ਤੇ ਜਾਂ ਕਿਸੇ ਹੋਰ ਬਾਰਡਰ ਤੇ ਆ ਕੇ ਬੈਠਣਾ ਹੈ। ਕਿਸਾਨ ਆਗੂਆਂ ਨੇ, ਦਿੱਲੀ ਪੁਲਿਸ ਨੇ ਕਿਸਾਨ ਆਗੂਆਂ ਨੂੰ ਨਾ ਜੰਤਰ ਮੰਤਰ ਤੇ ਧਰਨਾ ਦੇਣ ਦੀ ਆਗਿਆ ਦਿੱਤੀ, ਨਾ ਰਾਮਲੀਲਾ ਮੈਦਾਨ ਵਿੱਚ ਧਰਨਾ ਦੇਣ ਦੀ ਆਗਿਆ ਦਿੱਤੀ। ਆਖਰਕਾਰ ਜਦੋਂ ਉਹਨਾਂ ਨੂੰ ਡੱਕਿਆ ਜਾਣ ਲੱਗਿਆ, ਭਾਵੇਂ ਹਰਿਆਣੇ ਦੇ ਬਾਰਡਰ ਤੇ, ਭਾਵੇਂ ਯੂਪੀ ਦੇ ਬਾਰਡਰ ਤੇ, ਆਖਰਕਾਰ ਰੋਕਾਂ ਨੂੰ ਤੋੜਦੇ ਹੋਏ, ਪਾਣੀ ਦੀਆਂ ਵਾਛੜਾਂ ਨੂੰ ਝੱਲਦੇ ਹੋਏ ਉਹ ਇਹਨਾਂ ਸਥਾਨਾਂ ਤੱਕ ਪਹੁੰਚਣ ਵਿੱਚ ਕਾਮਯਾਬ ਹੋ ਗਏ ਹੈ। 15-15, 17-17 ਕਿਲੋਮੀਟਰ ਦੇ ਲੰਬੇ ਪੈਂਡੇ ਦੇ ਵਿੱਚ ਇੰਨੇ ਏਰੀਏ ਦੇ ਵਿੱਚ ਕਿਸਾਨ ਬੈਠੇ ਆ। ਖਬਰਾਂ ਮਿਲ ਰਹੀਆਂ ਨੇ ਕਿ ਜਿਹੜੇ ਲੋਕਾਂ ਨੇ ਪਹਿਲਾਂ ਆਪਣੇ ਦਰਵਾਜ਼ੇ ਬੰਦ ਕਰ ਲਏ ਸਨ ਤੇ ਹੁਣ ਉਹਨਾਂ ਨੂੰ ਆਪਣੇ ਆਪ ਦਰਵਾਜ਼ੇ ਖੋਲ੍ਹ ਕਹਿੰਦੇ ਆ, ਤੁਹਾਨੂੰ ਨਹਾਉਣ ਵਾਸਤੇ ਪਾਣੀ ਦੀ ਜ਼ਰੂਰਤ ਹੈ, ਤੁਹਾਨੂੰ ਬਾਥਰੂਮ ਦੀ ਜ਼ਰੂਰਤ ਹੈ, ਤੁਸੀਂ ਟਾਇਲਟ ਯੂਜ਼ ਕਰਨੀ ਹੈ, ਤੁਹਾਨੂੰ ਵਾਈਫਾਈ ਦੀ ਜ਼ਰੂਰਤ ਹੈ, ਜਿਹੜੀ ਚੀਜ਼ ਦੀ ਜ਼ਰੂਰਤ ਆ ਉਹ ਕਹਿੰਦੇ ਅਸੀਂ ਤੁਹਾਡੀ ਮਦਦ ਕਰਨ ਵਾਸਤੇ ਤਿਆਰ ਹਾਂ। ਇੱਥੋਂ ਪਤਾ ਲੱਗਾ ਕਿ ਕਈ ਹਸਬੈਂਡ ਵਾਈਫ ਭਾਵ ਕਪਲ ਜੋੜੇ ਆਪਣੇ ਸਮੁੱਚੇ ਪਰਿਵਾਰ ਸਮੇਤ ਗਏ ਹੋਏ ਨੇ। ਛੋਟੇ ਛੋਟੇ ਬੱਚੇ ਉਹਨਾਂ ਦੇ ਆਨਲਾਈਨ ਪੜ੍ਹਾਈ ਕਰ ਰਹੇ ਹੈ। ਕਈ ਪਰਿਵਾਰਾਂ ਨੇ ਕੀ ਕੀਤਾ ਕਿ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਪਿੱਛੇ ਨਾ ਪੈ ਜਾਵੇ, ਉਹਨਾਂ ਨੇ ਵਾਈਫਾਈ ਲਵਾ ਦਿੱਤੇ ਹੈ। ਵਾਈਫਾਈ ਲਵਾ ਕੇ ਬਾਹਰ ਖੰਭਿਆਂ ਦੇ ਉੱਤੇ ਵਾਈਫਾਈ ਕੀ ਹੈ, ਉਹਦਾ ਪਾਸਵਰਡ ਕੀ ਆ, ਵੱਡਾ ਵੱਡਾ ਲਿਖ ਕੇ ਲਾ ਦਿੱਤਾ। ਸੋ ਕਹਿਣ ਦਾ ਭਾਵ ਉੱਥੋਂ ਦੇ ਲੋਕ ਇਸ ਕਿਸਾਨ ਅੰਦੋਲਨ ਦਾ ਆਪੋ ਆਪਣੇ ਤਰੀਕੇ ਨਾਲ ਹਿੱਸਾ ਬਣ ਰਹੇ ਨੇ ਤੇ ਯੋਗਦਾਨ ਪਾ ਰਹੇ ਨੇ। ਕੁਝ ਇੱਕ ਹੋਟਲ ਵਾਲਿਆਂ ਨੇ ਜਿਨ੍ਹਾਂ ਨੇ ਦਰਵਾਜ਼ੇ ਬੰਦ ਕਰ ਦਿੱਤੇ ਸੀ, ਉਹਨਾਂ ਨੇ ਦਰਵਾਜ਼ੇ ਖੋਲ੍ਹ ਦਿੱਤੇ। ਉਹ ਕਹਿੰਦੇ ਫ੍ਰੀ ਆਫ ਕਾਸਟ ਆਓ, ਨਹਾਓ, ਰਹੋ, ਰੂਮ ਵਰਤੋ ਤੇ ਕੈਫੇਟੇਰੀਆ ਵਰਤ ਸਕਦੇ ਹੋ। ਇੱਥੋਂ ਪਤਾ ਲੱਗਦਾ ਹੈ ਕਿ ਹੁਣ ਇਹ ਅੰਦੋਲਨ ਕਿਸਾਨ ਅੰਦੋਲਨ ਨਹੀਂ, ਹੁਣ ਇਹ ਅੰਦੋਲਨ ਲੋਕ ਅੰਦੋਲਨ ਬਣ ਗਿਆ। ਹੁਣ ਇਹ ਅੰਦੋਲਨ ਸਮੁੱਚੇ ਭਾਰਤ ਵਾਸੀਆਂ ਦਾ ਬਣ ਗਿਆ। ਅੱਜ ਪਤਾ ਲੱਗਿਆ ਕਿ ਯੂਪੀ ਦੀ ਸਮਾਜਵਾਦੀ ਪਾਰਟੀ ਦੇ ਵਿੱਚੋਂ ਵੀ ਵੱਡੀ ਗਿਣਤੀ ਵਿੱਚ ਲੋਕ ਇਸ ਕਿਸਾਨ ਅੰਦੋਲਨ ਦਾ ਹਿੱਸਾ ਬਣਨ ਵਾਸਤੇ ਆਏ। ਪਰ ਇੱਥੇ ਵੀ ਇਹ ਗੱਲ ਸਾਫ਼ ਕਰਨ ਵਾਲੀ ਹੈ ਕਿ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਇਹ ਆਖਿਆ ਹੋਇਆ ਕਿ ਆਪਣੇ ਪੱਧਰ ਦੇ ਉੱਤੇ ਕੋਈ ਵੀ ਰਾਜਨੀਤਿਕ ਪਾਰਟੀ ਕਿਸਾਨ ਬਣ ਕੇ ਕਿਸਾਨਾਂ ਦੇ ਵਿੱਚ ਆ ਕੇ ਆਪਣੇ ਤਰੀਕੇ ਨਾਲ ਬੈਠ ਸਕਦੀ ਹੈ, ਅੰਦੋਲਨ ਦਾ ਹਿੱਸਾ ਬਣ ਸਕਦੀ ਹੈ। ਪਰ ਸਾਡੀ ਕਿਸੇ ਵੀ ਸਟੇਜ ਤੋਂ ਕਿਸੇ ਵੀ ਪਾਰਟੀ ਦਾ ਕੋਈ ਵੀ ਰਾਜਨੀਤਿਕ ਲੀਡਰ ਨਾ ਬੋਲ ਸਕਦਾ, ਨਾ ਆਪਣੀ ਪਾਰਟੀ ਦਾ ਕੋਈ ਸੰਦੇਸ਼ ਦੇ ਸਕਦਾ। ਕਹਿਣ ਦਾ ਭਾਵ ਜਿਹੜੇ ਪਹਿਲਾਂ ਚੁੱਪ ਕਰੇ ਬੈਠੇ ਸੀ, ਹੁਣ ਉਹ ਵੀ ਆਪੋ ਆਪਣੇ ਤਰੀਕੇ ਨਾਲ ਇਸ ਅੰਦੋਲਨ ਦੇ ਵਿੱਚ ਕੁੱਦ ਰਹੇ ਨੇ। ਚੰਗਾ ਹੈ, ਭਾਵੇਂ ਦੇਰ ਨਾਲ ਆਏ ਹੈ ਪਰ ਦਰੁਸਤ ਆ ਰਹੇ ਨੇ। ਸੋ ਦੋਸਤੋ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ। ਸੱਚੀ ਦੱਸਿਓ ਕਿਵੇਂ ਲੱਗਿਆ। ਕੋਸ਼ਿਸ਼ ਕਰਦੇ ਰਹਾਂਗੇ ਕਿ ਦਿੱਲੀ ਦੇ ਵਿੱਚ ਚੱਲ ਰਹੇ ਇਸ ਸੰਘਰਸ਼ ਨੂੰ ਤੁਹਾਡੇ ਰੂਬਰੂ ਕਰਦੇ ਰਹੀਏ। ਹੁਣ ਸਮਾਂ ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾ ਦਿਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।